स्वागत देश विदेश ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਉਹਨਾਂ ਦੇ ਆਪਣੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਮੈਂ ਅਮੇਗਾ। ਜ਼ਿੰਦਗੀ ਦੇ ਵਿੱਚ ਕਈ ਵਾਰੀ ਸਾਨੂੰ ਛੋਟੀਆਂ ਵੱਡੀਆਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਨੇ ਜਿਸ ਕਰਕੇ ਕਿ ਮਨ ਦੀ ਸ਼ਾਂਤੀ ਸਾਡੀ ਭੰਗ ਹੋ ਜਾਂਦੀ ਹੈ ਤੇ ਸਾਨੂੰ ਹੋ ਜਾਂਦਾ ਮਾਨਸਿਕ ਤਣਾਅ। ਅੱਜ ਦੇ ਸਮੇਂ ਦੇ ਵਿੱਚ ਸ਼ਾਇਦ ਹੀ ਕੋਈ ਐਸਾ ਹੋਏਗਾ ਜਿਸ ਨੂੰ ਮਾਨਸਿਕ ਤਣਾਅ ਨਾ ਹੋਇਆ ਹੋਵੇ। ਕਾਰਨ ਜ਼ਰੂਰ ਵੱਖ-ਵੱਖ ਹੋ ਸਕਦੇ ਨੇ ਪਰ ਤਣਾਅ ਦੇ ਪ੍ਰਭਾਵ ਸਾਰਿਆਂ ਤੇ ਜ਼ਰੂਰ ਪੈਂਦੇ ਨੇ। ਮਾਨਸਿਕ ਤਣਾਅ ਨੂੰ ਅਸੀਂ ਕਿਵੇਂ ਘਟਾ ਸਕਦੇ ਹਾਂ ਜਾਂ ਫਿਰ ਆਪਣੇ ਆਪ ਨੂੰ ਕਿਵੇਂ ਸਕਾਰਾਤਮਕ ਕਰ ਸਕਦੇ ਹਾਂ ਕਿ ਅਸੀਂ ਮਾਨਸਿਕ ਤਣਾਅ ਦਾ ਡਟ ਕੇ ਸਾਹਮਣਾ ਕਰ ਸਕੀਏ। ਅੱਜ ਇਹ ਸਾਰੀਆਂ ਗੱਲਾਂ ਆਪਣੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਅੱਜ ਸਟ੍ਰੈਸ ਮੈਨੇਜਮੈਂਟ ਤੇ ਅਸੀਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਲਈ ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਨੇ। ਬਹੁਤ-ਬਹੁਤ ਸਵਾਗਤ ਕਰਦੇ ਹਾਂ ਤਰਵੀਨ ਕੌਰ ਜੀ ਦਾ। ਤਰਵੀਨ ਕੌਰ ਜੀ ਲਾਈਫ ਕੋਚ ਨੇ, NLP ਕੋਚ ਨੇ, ਰੇਕੀ ਹੀਲਰ ਨੇ ਤੇ ਅੱਜ ਸਟ੍ਰੈਸ ਮੈਨੇਜਮੈਂਟ ਤੇ ਸਾਨੂੰ ਬਹੁਤ ਵਧੀਆ ਟਿਪਸ ਦੇਣਗੇ। ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਥੈਂਕ ਯੂ ਸੋ ਮਚ ਮੇਗਾ, ਧੰਨਵਾਦ ਤੁਹਾਡਾ ਮੈਨੂੰ ਬੁਲਾਉਣ ਲਈ, ਇਨਵਾਈਟ ਕਰਨ ਲਈ। ਤੇ ਮੇਰੀ ਖੁਸ਼ਨਸੀਬੀ ਹੈ ਮੈਂ ਇੱਥੇ ਹੈਗੀ ਅੱਜ ਆਫਟਰ 2 ਇਅਰਸ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਬੜਾ ਅਹਿਮ ਵਿਸ਼ਾ ਹੈ ਨਾ, ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਵੀ ਕਹਿ ਰਹੀ ਸੀ ਕਿ ਸ਼ਾਇਦ ਹੀ ਕੋਈ ਅੱਜ ਦੇ ਸਮੇਂ ਦੇ ਵਿੱਚ ਇੱਦਾਂ ਦਾ ਹੋਏਗਾ ਜਿਸ ਨੂੰ ਸਟ੍ਰੈਸ ਨਾ ਹੋਇਆ ਹੋਵੇ। ਅਕਸਰ ਅਸੀਂ ਸੁਣਦੇ ਹਾਂ, ਗੱਲਬਾਤ ਕਰਦੇ ਹਾਂ, ਕਿਸੇ ਨਾਲ ਗੱਲ ਕਰੀਏ ਕਿਉਂ ਪਰੇਸ਼ਾਨ ਹੈ, ਅਗਲਾ ਕਹਿ ਦਿੰਦਾ ਮੈਨੂੰ ਸਟ੍ਰੈਸ ਹੈ, ਮੈਨੂੰ ਤਣਾਅ ਹੈ। ਅਸਲ ਦੇ ਵਿੱਚ ਤਣਾਅ ਹੁੰਦਾ ਕੀ ਹੈ? ਮੇਗਾ ਜੀ, ਜਿਹੜਾ ਤੁਸੀਂ ਟੌਪਿਕ ਅੱਜ ਸ਼ੁਰੂ ਕੀਤਾ ਹੈ, ਤੁਸੀਂ ਫਰਸਟ ਲਾਈਨ 'ਚ ਖੁਦ ਹੀ ਕਿਹਾ ਹੈ ਕਿ ਛੋਟੀਆਂ-ਛੋਟੀਆਂ ਜਦੋਂ ਇਨਸਾਨ ਨੂੰ ਪਰੇਸ਼ਾਨੀਆਂ ਆਉਂਦੀਆਂ, ਛੋਟੀਆਂ-ਛੋਟੀਆਂ ਪ੍ਰੋਬਲਮਸ ਲਾਈਫ ਦੇ ਵਿੱਚ ਆਉਂਦੀਆਂ, ਸਾਡਾ ਸਰੀਰ ਜਾਂ ਸਾਡਾ ਜਿਹੜਾ ਮਨ ਹੈ ਉਹਨੂੰ ਕਈ ਵਾਰ ਨਹੀਂ ਲੈ ਪਾਉਂਦਾ। ਮਾਨਸਿਕ ਤਣਾਅ ਜਿਹੜਾ ਸਾਡਾ ਬਾਡੀ ਦਾ ਰਿਸਪੌਂਸ ਹੈ ਉਸ ਪ੍ਰੋਬਲਮਸ ਨੂੰ, ਉਹ ਕਈ ਵਾਰ ਬਹੁਤ ਨੈਗੇਟਿਵ ਹੋ ਜਾਂਦਾ ਹੈ, ਉਹਨੂੰ ਸਟ੍ਰੈਸ ਕਹਿੰਦੇ ਆ ਜੀ। ਹੁਣ ਇਹ ਬਹੁਤ ਇੰਪੋਰਟੈਂਟ ਹੈ ਅੰਡਰਸਟੈਂਡ ਕਰਨਾ ਕਿ ਸਟ੍ਰੈਸ ਕੀ ਹੈ, ਮਤਲਬ ਸਟ੍ਰੈਸ ਕਿੰਨਾ ਤਰ੍ਹਾਂ ਦਾ ਹੋ ਸਕਦਾ ਹੈ। ਦੇਖੋ, ਇੱਕ ਹੁੰਦਾ ਸ਼ਾਰਟ ਟਰਮ ਸਟ੍ਰੈਸ ਜਿਹਨੂੰ ਆਪਾਂ ਐਕਿਊਟ ਸਟ੍ਰੈਸ ਕਹਿੰਦੇ ਆ, ਤੇ ਇੱਕ ਹੁੰਦਾ ਲੌਂਗ ਟਰਮ ਸਟ੍ਰੈਸ। ਦੋਨਾਂ ਦੇ ਰੀਜ਼ਨਸ ਬਿਲਕੁਲ ਡਿਫਰੈਂਟ ਹੈ। ਜਿਹੜਾ ਸ਼ਾਰਟ ਟਰਮ ਸਟ੍ਰੈਸ ਹੈ ਇਹ ਇਸ ਤਰ੍ਹਾਂ ਦਾ ਸਟ੍ਰੈਸ ਹੈ, ਮੰਨ ਲਓ ਅੱਜ ਨੂੰ ਮੇਰੇ ਬੱਚੇ ਦਾ ਕੋਈ ਐਗਜ਼ਾਮ ਹੈ ਜਾਂ ਮੇਰਾ ਕੋਈ ਆਪਣਾ ਐਗਜ਼ਾਮ ਹੈ ਜਾਂ ਮੈਂ ਕੋਈ ਪ੍ਰੈਜੈਂਟੇਸ਼ਨ ਦੇਣੀ ਹੈ, ਜਿਹੜਾ ਐਡਰੀਨਲ ਰਸ਼ ਹੁੰਦਾ ਉਸ ਤੋਂ ਪਹਿਲਾਂ ਉਹ ਸਟ੍ਰੈਸ ਹੈ, ਉਹ ਇੱਕ ਸ਼ਾਰਟ ਟਰਮ ਸਟ੍ਰੈਸ ਹੈ। ਪਰ ਜਿਹੜਾ ਲੌਂਗ ਟਰਮ ਸਟ੍ਰੈਸ ਹੈ ਉਹਦੇ ਬਹੁਤ ਰੀਜ਼ਨ ਹੁੰਦੇ ਆ। ਉਹ ਹੋ ਸਕਦਾ ਕਿ ਕੋਈ ਮੇਰੀ ਲੌਂਗ ਟਰਮ ਕਿਸੇ ਦੀ ਕੋਈ ਇਲਨੈਸ ਚੱਲ ਰਹੀ ਹੋਵੇ, ਕੋਈ ਫੈਮਿਲੀ ਦੇ ਵਿੱਚ ਕੋਈ ਹਾਦਸਾ ਹੋਇਆ ਹੋਵੇ, ਕੋਈ ਫਾਈਨੈਂਸ਼ੀਅਲ ਲਾਸ ਹੋਇਆ ਹੋਵੇ। ਉਹ ਜਿਹੜਾ ਸਟ੍ਰੈਸ ਹੈ ਉਹ ਫਿਰ ਇਟ ਲੀਡਸ ਟੂ ਡਿਪਰੈਸ਼ਨ ਐਂਡ ਐਂਗਜ਼ਾਇਟੀ। ਉਹ ਡਿਫਰੈਂਟ ਤਰ੍ਹਾਂ ਦਾ ਸਟ੍ਰੈਸ ਹੁੰਦਾ ਹੈ ਤੇ ਦੋਨਾਂ ਦੇ ਸਿੰਪਟਮਸ ਵੀ ਡਿਫਰੈਂਟ ਹੈ ਤੇ ਦੋਨਾਂ ਦੇ ਰੀਜ਼ਨਸ ਵੀ ਡਿਫਰੈਂਟ ਹੁੰਦੇ ਨੇ, ਜਿਹੜੇ ਡਿਫਰੈਂਟ ਨੇ। ਉਹ ਇੱਕ ਇਨਸਾਨ, ਹਰ ਇੱਕ ਇਨਸਾਨ ਤੇ ਨਿਰਭਰ ਕਰਦਾ ਹੈ ਨਾ, ਉਹ ਕੀ ਕੰਮ ਕਰ ਰਿਹਾ, ਉਹ ਕਿਸ ਮਾਹੌਲ ਦੇ ਵਿੱਚ ਰਹਿ ਰਿਹਾ, ਇਹ ਸਭ ਤੇ ਨਿਰਭਰ ਕਰਦਾ ਹੈ ਕਿ ਉਹਨੂੰ ਕਿੰਨਾ ਸਟ੍ਰੈਸ ਹੋ ਜਾਂਦਾ ਹੈ ਜਾਂ ਕਿਵੇਂ ਉਹਨੂੰ ਸਟ੍ਰੈਸ ਹੋ ਜਾਂਦਾ, ਉਹਨੂੰ ਕੀ ਕੁਝ ਜ਼ਿੰਦਗੀ ਦੇ ਵਿੱਚ ਕਿਸ ਚੀਜ਼ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ। ਸਿੰਪਟਮਸ ਦੀ ਜੇ ਗੱਲ ਕਰੀਏ, ਜਿਸ ਤਰ੍ਹਾਂ ਤੁਸੀਂ ਕਾਰਨ ਦੱਸੇ ਕਿ ਇੱਕ ਐਕਿਊਟ ਸਟ੍ਰੈਸ ਹੈ ਨਾ, ਇੱਕ ਸ਼ਾਰਟ ਟਰਮ ਸਟ੍ਰੈਸ ਹੈ ਤੇ ਇੱਕ ਲੌਂਗ ਟਰਮ ਸਟ੍ਰੈਸ ਹੈ, ਇਹ ਤੁਸੀਂ ਹੁਣੇ ਸਾਨੂੰ ਦੱਸਿਆ। ਤੇ ਗੱਲ ਹੁਣ ਇਹ ਕਰੀਏ ਕਿ ਸਿੰਪਟਮਸ ਕੀ ਹੈ, ਅਸੀਂ ਕਿੱਦਾਂ ਪਛਾਣ ਸਕਦੇ ਹਾਂ ਕਿ ਸਾਨੂੰ ਹੁਣ ਇਸ ਵੇਲੇ ਜਿਹੜਾ ਹੈ ਮਾਨਸਿਕ ਤਣਾਅ ਹੋ ਰਿਹਾ? ਦੇਖੋ, ਸਿੰਪਟਮਸ ਫਿਜ਼ੀਕਲ ਲੈਵਲ ਤੇ ਡਿਫਰੈਂਟ ਹੋਣਗੇ, ਮੈਂਟਲ ਲੈਵਲ ਤੇ ਡਿਫਰੈਂਟ ਹੋਣਗੇ, ਇਮੋਸ਼ਨਲ ਡਿਫਰੈਂਟ ਹੋਣਗੇ। ਫਿਜ਼ੀਕਲ ਲੈਵਲ ਤੇ ਜਿਹੜੇ ਮੇਨ ਸਿੰਪਟਮਸ ਹੈਗੇ ਸਟ੍ਰੈਸ ਤੇ, ਤੁਸੀਂ ਬ੍ਰੈਥਲੈਸਨੈਸ ਤੁਹਾਨੂੰ ਹੁੰਦੀ ਹੈ ਉਸ ਪਰਟੀਕੂਲਰ ਟਾਈਮ ਤੇ। ਤੁਸੀਂ ਜਿਹੜੀ ਇੱਕ ਕਨਸਟੈਂਟ ਸੈਡਨੈਸ ਹੈ, ਜਿਹੜੀ ਆਪਾਂ ਗੱਲ ਕੀਤੀ ਹੈ ਕ੍ਰੋਨਿਕ ਸਟ੍ਰੈਸ ਦੀ, ਕ੍ਰੋਨਿਕ ਸਟ੍ਰੈਸ ਹੈਗਾ ਜਿਹੜਾ ਕਿ ਲੌਂਗ ਟਰਮ ਤੋਂ ਚੱਲਿਆ ਆ ਰਿਹਾ, 5-6 ਸਾਲ ਤੋਂ ਮੈਂ ਸਟ੍ਰੈਸ 'ਚ ਹੀ ਹਾਂ, ਰਾਈਟ। ਉਹਦੇ 'ਚ ਬੰਦੇ ਦੀ ਸੈਡਨੈਸ ਹੈ, ਸੈਡਨੈਸ ਜਿਹੜੀ ਉਹ ਕਨਸਟੈਂਟ ਰਹਿੰਦੀ ਹੈ, ਲੈਸ ਸੋਸ਼ਲ ਹੋ ਜਾਂਦਾ, ਬੰਦਾ ਕਿਸੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦਾ ਜ਼ਿਆਦਾ, ਇਹ ਸਿੰਪਟਮ ਹੈ। ਫਿਰ ਤੁਹਾਡੀਆਂ ਬਾਡੀ ਏਕਸ ਹੈ, ਤੁਹਾਡੀਆਂ ਹੈਡ ਏਕਸ ਹੈ, ਤੁਸੀਂ ਉਦਾਸ ਫੀਲ ਕਰਦੇ ਹੋ। ਸਭ ਤੋਂ ਵੱਡਾ ਸਿੰਪਟਮ ਜਿਹੜਾ ਸਟ੍ਰੈਸ ਦੇ ਵਿੱਚ ਹੈ ਕਿ ਤੁਸੀਂ ਖਾਣਾ ਪ੍ਰੋਪਰ ਨਹੀਂ ਖਾਂਦੇ, ਜਾਂ ਤੇ ਤੁਸੀਂ ਜ਼ਿਆਦਾ ਖਾ ਰਹੇ ਹੋ ਜਾਂ ਘੱਟ ਖਾ ਰਹੇ ਹੋ ਜਾਂ ਹੈਲਦੀ ਨਹੀਂ ਖਾ ਰਹੇ ਹੋ, ਦੈਟ ਇਜ਼ ਅਨਦਰ ਸਿੰਪਟਮ। ਤੇ ਮਾਨਸਿਕ ਜਿਹੜਾ ਤਣਾਅ ਹੈ, ਵੈਸੇ ਦੇਖੋ ਸਿੰਪਟਮਸ ਇਹੀ ਹੋਣੇ ਹੈ, ਯੂ ਨੋ ਇਨ ਦੀ ਐਂਡ ਸਿੰਪਟਮ ਸੇਮ ਹੀ ਰਹਿਣੇ ਹੈ, ਪਰ ਜਿਹੜਾ ਮਾਨਸਿਕ ਤਣਾਅ ਹੈ ਜਾਂ ਇਮੋਸ਼ਨਲ ਸਟ੍ਰੈਸ ਹੈ ਦੈਟ ਇਜ਼ ਮੋਰ ਡੇਂਜਰਸ। ਕਿਉਂਕਿ ਫਿਜ਼ੀਕਲ ਸਟ੍ਰੈਸ ਕੀ ਹੈ ਕਿ ਅੱਜ ਮੇਰੀ ਹੈਲਪਰ ਨਹੀਂ ਆਈ, ਮੈਨੂੰ ਥੋੜਾ ਜ਼ਿਆਦਾ ਕੰਮ ਕਰਨਾ ਪਿਆ, ਉਹ ਮੇਰਾ ਫਿਜ਼ੀਕਲ ਸਟ੍ਰੈਸ ਹੈ। ਕੱਲ ਮੈਂ 2 ਰੈਸਟ ਕਰੂੰਗੀ, ਮੈਂ ਠੀਕ ਹੋ ਜਾਊਂਗੀ। ਜਿਹੜਾ ਮਾਨਸਿਕ ਸਟ੍ਰੈਸ ਹੈ, ਜਿਹੜਾ ਪਰਟੀਕੂਲਰ ਅਸੀਂ ਨੈਗੇਟਿਵਿਟੀ ਕਰਕੇ ਆਉਂਦਾ, ਉਹਦੇ ਡਿਫਰੈਂਟ ਸਿੰਪਟਮਸ ਹੈ ਦੈਟ ਲੀਡਸ ਟੂ ਮੇਜਰ ਇਲਨੈਸਸ। ਜੀ ਬਿਲਕੁਲ, ਤੁਸੀਂ ਠੀਕ ਹੈ। ਜਦੋਂ ਅਸੀਂ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਲਗਾਤਾਰ ਤਣਾਅ ਦੇ ਵਿੱਚ ਰਹਿੰਦੇ ਹਾਂ, ਹੈ ਨਾ, ਅੱਜ ਸਾਨੂੰ ਕਿਸੇ ਛੋਟੀ ਗੱਲ ਨੂੰ ਲੈ ਕੇ ਤਣਾਅ ਹੈ, ਕੱਲ ਸਾਨੂੰ ਕਿਸੇ ਹੋਰ ਗੱਲ ਨੂੰ ਲੈ ਕੇ ਹੋ ਗਿਆ, ਉਸ ਤੋਂ ਬਾਅਦ ਕਿਸੇ ਹੋਰ ਗੱਲ ਨੂੰ, ਅਸੀਂ ਇੱਕ ਜਦੋਂ ਆਪਣਾ ਸੁਭਾਅ ਬਣਾ ਲੈਂਦੇ ਲਗਾਤਾਰ ਇਸੇ ਤਰ੍ਹਾਂ ਤਣਾਅ ਲੈਣ ਦਾ, ਤੇ ਕਿੰਨੇ ਮਾੜੇ ਅਸਰ ਸਾਡੇ ਤੇ ਉਸ ਦੇ ਹੁੰਦੇ ਨੇ?
ਆਪਾਂ ਇਸ ਕੁਐਸਚਨ ਨੂੰ ਆਨਸਰ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਥੋੜੇ ਜਿਹੇ ਰੀਜ਼ਨਸ ਦੱਸਦੀ ਹਾਂ ਕਿ ਤਣਾਅ ਦੇ ਰੀਜ਼ਨਸ ਕੀ ਹੈ ਨਾ, ਕਾਰਨ ਕੀ ਹੈ, ਕਿਉਂਕਿ ਬਹੁਤ ਇੰਪੋਰਟੈਂਟ ਹੈ ਕਿ ਪਹਿਲੇ ਸਾਨੂੰ ਪਤਾ ਹੋਵੇ ਕਿ ਮੈਂ ਕਿਸ ਰੀਜ਼ਨ ਕਰਕੇ ਤਣਾਅ ਕਰ ਰਿਹਾ। ਦੇਖੋ ਸਭ ਤੋਂ ਇੰਪੋਰਟੈਂਟ ਜਿਹੜਾ ਰੀਜ਼ਨ ਮੈਂ ਸਮਝਦੀ ਹਾਂ ਆਪਣੇ ਕਿਉਂਕਿ ਮੈਂ ਹਰ ਬੰਦਾ, ਤੁਸੀਂ ਪਹਿਲਾਂ ਵੀ ਕਿਹਾ, ਹਰ ਬੰਦਾ, ਹਰ ਇਨਸਾਨ ਤਣਾਅ 'ਚ ਜਾ ਰਿਹਾ, ਬੱਚੇ, ਬਜ਼ੁਰਗ, ਵਰਕ ਪਲੇਸਿਸ ਤੇ ਕਰੋਨਾ ਕਰਕੇ ਇੰਨਾ ਅਨਸਰਟਨ ਟਾਈਮ ਹੋਇਆ ਕਿ ਪਿਛਲੇ 2 ਸਾਲ ਤੋਂ ਵੀ ਡੋਂਟ ਨੋ ਵੇਅਰ ਵੀ ਗੋਇੰਗ, ਰਾਈਟ? ਸੋ ਰੀਜ਼ਨਸ ਕੀ ਹੈਗੇ? ਸਭ ਤੋਂ ਮੇਜਰ ਰੀਜ਼ਨ ਜਿਹੜਾ ਮੈਨੂੰ ਲੱਗਦਾ ਹੈ ਕਿ ਜਿਹੜੀ ਡਿਸਆਰਗੇਨਾਈਜੇਸ਼ਨ ਹੈ ਤੁਹਾਡੀ, ਜਿਹੜੀ ਤੁਸੀਂ ਇਫ ਯੂ ਆਰ ਨਾਟ ਆਰਗੇਨਾਈਜ਼ਡ, ਜੇ ਤੁਹਾਡਾ ਟਾਈਮ ਮੈਨੇਜਮੈਂਟ ਪ੍ਰੋਪਰਲੀ ਨਹੀਂ ਹੋ ਰਿਹਾ, ਜੇ ਤੁਹਾਨੂੰ ਇਹ ਨਹੀਂ ਪਤਾ ਕਿ ਕੱਲ ਦਿਨ ਨੂੰ ਮੈਂ ਕਿਹੜੇ ਟਾਸਕ ਕਰਨੇ ਹੈ, ਕਿੱਥੇ ਨਾ ਕਿੱਥੇ ਤੁਸੀਂ ਡਿਊਰਿੰਗ ਦ ਡੇ ਸਟ੍ਰੈਸ ਹੋਗੇ, ਠੀਕ ਹੈ? ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਲਾਸਟ ਮਿੰਟ ਹੁੰਦੀਆਂ, ਉਹਨਾਂ ਨੂੰ ਤੁਹਾਨੂੰ ਡੀਲ ਕਰਨਾ ਪੈਂਦਾ, ਬਟ ਕੁਝ ਚੀਜ਼ਾਂ ਤੁਸੀਂ ਪਹਿਲਾਂ ਆਰਗੇਨਾਈਜ਼ ਕਰ ਸਕਦੇ ਹੋ। ਜੀ ਜੀ। ਸੋ ਫॉर ਐਗਜ਼ਾਮਪਲ ਜਿਵੇਂ ਅੱਜ ਮੈਂ ਇੱਥੇ ਆਣਾ ਸੀ, ਮੈਨੂੰ ਪਤਾ ਸੀ ਮੈਂ 8 ਵਜੇ ਪਹੁੰਚਣਾ ਹੈ ਸ਼ਾਪ ਇੱਥੇ, ਸੋ ਮੈਂ ਮੇਕ ਸ਼ੋਰ ਕੀਤਾ ਕਿ ਮੈਂ ਜਿਹੜੇ ਵੀ ਆਪਣੇ ਕਲੋਥਸ ਆ ਜਾਂ ਜੋ ਵੀ ਮੇਰੀ ਤਿਆਰੀ ਹੈ ਮੈਂ ਇੱਕ ਰਾਤ ਪਹਿਲਾਂ ਕਰਕੇ ਸੋਵਾਂ, ਸੋ ਦੈਟ ਆਈ ਸ਼ੁੱਡ ਬੀ ਦੇਅਰ ਔਨ ਟਾਈਮ। ਮੈਂ 10 ਮਿੰਟ ਪਹਿਲਾਂ ਨਿਕਲੀ ਤਾਂ ਕਿ ਮੈਂ ਟ੍ਰੈਫਿਕ ਦੇ ਵਿੱਚ ਨਹੀਂ ਫਸਾਂਗੀ ਨਾ, ਯੂ ਅਨਸਰਟਨ ਹੈ ਨਾ, ਕਈ ਵਾਰ ਹੋ ਵੀ ਸਕਦਾ ਟ੍ਰੈਫਿਕ ਮਿਲੇ, ਕਈ ਵਾਰ ਨਹੀਂ ਵੀ ਮਿਲੇ, ਸੋ ਪਲੈਨਿੰਗ ਇਨ ਐਡਵਾਂਸ ਇਜ਼ ਵੈਰੀ ਇੰਪੋਰਟੈਂਟ। ਇਹ ਇੱਕ ਮੇਨ ਰੀਜ਼ਨ ਹੈ ਸਟ੍ਰੈਸ ਦਾ। ਫਿਰ ਰੀਜ਼ਨ ਕੀ ਹੈ? ਐਜ਼ ਆਈ ਸੈਡ ਕਿ ਡਿਫਰੈਂਟ ਰੀਜ਼ਨ ਹੈ। ਹੁਣ ਜਿਹੜਾ ਕ੍ਰੋਨਿਕ ਸਟ੍ਰੈਸ ਹੈ ਉਹਦੇ ਡਿਫਰੈਂਟ ਰੀਜ਼ਨਸ ਹੈ। ਕੋਈ ਇਲਨੈਸ ਹੋ ਸਕਦੀ ਹੈ, ਕੋਈ ਫੈਮਿਲੀ ਦਾ ਹਾਦਸਾ ਹੋ ਸਕਦਾ ਹੈ, ਕੋਈ ਟਰਾਮਾ, ਤੁਹਾਡੀ ਕਿਸੇ ਬੱਚੇ ਨੂੰ ਚਾਈਲਡ ਅਬਿਊਜ਼ ਹੋ ਜਾਂਦਾ, ਜਾਂ ਲੇਡੀ ਦੀ ਕੋਈ ਰਿਲੇਸ਼ਨਸ਼ਿਪ ਦੇ ਵਿੱਚ ਰਿਲੇਸ਼ਨਸ਼ਿਪ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਉਹਦੇ ਕਰਕੇ ਸਟ੍ਰੈਸ ਹੋ ਸਕਦਾ। ਜੀ ਜੀ। ਅਨਸਰਟਨਟੀ ਜੋ ਤੁਹਾਡੀ ਲਾਈਫ 'ਚ ਹੈ, ਤੁਹਾਡੇ ਗੋਲਸ ਨਹੀਂ, ਜੋ ਤੁਹਾਨੂੰ ਪਤਾ ਨਹੀਂ ਤੁਹਾਡੀ ਲਾਈਫ ਦੀ ਕਲੈਰਿਟੀ ਕੀ ਹੈ, ਤੁਹਾਨੂੰ ਯੂ ਡੋਂਟ ਨੋ ਵੇਅਰ ਯੂ ਗੋਇੰਗ, ਉਦੋਂ ਤੁਹਾਨੂੰ ਸਟ੍ਰੈਸ ਬਹੁਤ ਹੁੰਦਾ। ਤੁਸੀਂ ਓਵਰਵੈਲਮ ਹਮੇਸ਼ਾ ਰਹਿੰਦੇ ਹੋ। ਤੀਸਰੀ ਗੱਲ, ਜੋ ਤੁਸੀਂ ਦੂਸਰੇ ਦੇ ਬਿਹੇਵੀਅਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉੱਥੇ ਤੁਸੀਂ ਹਮੇਸ਼ਾ ਸਟ੍ਰੈਸ ਹੋਗੇ। ਤਾਂ ਰੂਟ ਕਾਜ਼ ਆਫ ਸਟ੍ਰੈਸ ਇਜ਼ ਐਕਸਪੈਕਟੇਸ਼ਨ। ਮੈਂ ਐਕਸਪੈਕਟ ਕਰ ਰਹੀ ਹਾਂ ਕਿ ਇਹ ਪਰਟੀਕੁਲਰ ਪਰਸਨ ਜਿਹੜਾ ਹੈ ਮੇਰੇ ਅਕੋਰਡਿੰਗਲੀ ਕਿਉਂ ਨਹੀਂ ਬਿਹੇਵ ਕਰ ਰਿਹਾ, ਜਾਂ ਮੈਂ ਅੱਜ ਕਿਸੇ ਲਈ ਇਹਦੇ ਲਈ ਇੰਜ ਕੀਤਾ ਹੈ ਤੇ ਉਹ ਅੱਗੋਂ ਮੈਨੂੰ ਇੰਜ ਰਿਸਪੌਂਸ ਕਿਉਂ ਨਹੀਂ ਦੇ ਰਿਹਾ। ਸਟ੍ਰੈਸ ਲੀਡ ਫਿਰ ਬੱਚਿਆਂ ਕਰਕੇ ਸਟ੍ਰੈਸ ਹੋ ਸਕਦਾ, ਜਿਵੇਂ ਕਿ ਵਿਮਨ ਨੂੰ ਅੱਜ ਕੱਲ੍ਹ ਹੋਇਆ ਆਨਲਾਈਨ ਕਲਾਸਿਸ ਚੱਲ ਰਹੀਆਂ, ਸੋ ਦੇਰ ਮਲਟੀਪਲ ਰੀਜ਼ਨ ਜਿਹੜੇ ਹੈ ਉਹ ਸਟ੍ਰੈਸ ਦੇ ਹੋ ਸਕਦੇ ਨੇ। ਹਰ ਇੱਕ ਦੇ ਜਿਹੜੇ ਕਾਰਨ ਹੈ ਉਹ ਵੱਖਰੇ ਹੁੰਦੇ ਨੇ ਜੀ, ਹੈ ਨਾ। ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਲਗਾਤਾਰ ਜੇ ਅਸੀਂ ਸਟ੍ਰੈਸ ਲੈਂਦੇ ਹਾਂ, ਹੈ ਨਾ, ਕਿੰਨਾ ਕੁ ਨੁਕਸਾਨ ਸਾਨੂੰ ਹੋ ਸਕਦਾ ਇਹਦਾ? ਦੇਖੋ ਡਿਫਰੈਂਟ ਲੈਵਲਸ ਤੇ ਨੁਕਸਾਨ ਹੈ। ਲੋਕ ਇੱਥੇ ਤੱਕ ਪਹੁੰਚ ਜਾਂਦੇ ਆ ਕਿ ਆਪਣੀ ਲਾਈਫ ਨੂੰ ਖਤਮ ਕਰ ਲੈਂਦੇ ਆ। ਆਪਾਂ ਦੇਖਦੇ ਹਾਂ ਕਿੰਨੇ ਆਪਣੇ ਸਾਹਮਣੇ ਸੁਸਾਈਡ ਕੇਸਿਸ ਆਉਂਦੇ ਆ, ਕਿੰਨੇ ਸੈਲਫ ਹਾਰਮ ਦੇ ਕੇਸਿਸ ਆਉਂਦੇ ਆ। ਮੈਂ ਪਰਸਨਲ ਸੈਸ਼ਨਸ ਜਿਵੇਂ ਲੈਂਦੀ ਹਾਂ, ਕਾਉਂਸਲਿੰਗ ਦੇ, ਰੇਕੀ ਹੀਲਿੰਗ ਦੇ, ਮੇਰੇ ਕੋਲ ਇਸ ਤਰ੍ਹਾਂ ਦੇ ਕੇਸਿਸ ਆਉਂਦੇ ਆ ਜਿਨ੍ਹਾਂ ਦੇ ਵਿੱਚ ਸੈਲਫ ਹਾਰਮ ਬਹੁਤ ਹੈਗਾ, ਸੈਲਫ ਹਾਰਮ, ਸੈਲਫ ਹਰਟ। ਸੋ ਬਿਹੇਵੀਅਰ ਕੌਨਸਟੈਂਟ ਜਿਹੜਾ ਨੈਗੇਟਿਵ ਬਿਹੇਵੀਅਰ ਹੈਗਾ। ਹੁਣ ਉਹਦਾ ਹੁੰਦਾ ਕੀ ਹੈ ਜੀ, ਸਾਨੂੰ ਲੱਗਦਾ ਕਿ ਮੈਂ ਸਟ੍ਰੈਸ 'ਚ ਹਾਂ। ਇਹ ਇੱਕ NLP ਦੇ ਵਿੱਚ ਸਾਨੂੰ ਇੱਕ ਚੀਜ਼ ਸਿਖਾਈ ਜਾਂਦੀ ਹੈ, ਮਿਰਰ ਨਿਊਰੋਨਸ। ਮਿਰਰ ਨਿਊਰੋਨਸ ਕੀ ਹੁੰਦੇ ਆ ਕਿ ਫੋਰ ਐਗਜ਼ਾਮਪਲ ਜੇ ਮੈਂ ਸਟ੍ਰੈਸਡ ਹਾਂ, ਮੈਂ 8 ਘੰਟੇ ਬਾਅਦ ਕੰਮ ਤੋਂ ਘਰ ਪਹੁੰਚੀ ਹਾਂ, ਐਂਡ ਇਫ ਆਈ ਐਮ ਗੋਇੰਗ ਇਨ ਅ ਸਰਟਨ ਮੂਡ, ਜਿਹੜੀ ਮੇਰੀ ਫੈਮਿਲੀ ਹੈ ਉਹ ਵੀ ਸਟ੍ਰੈਸ ਹੋਏਗੀ। ਕਿਉਂਕਿ ਕਹਿੰਦੇ ਆ ਨਾ ਕਿ ਸਭ ਤੋਂ ਅੱਛਾ ਗਿਫਟ ਤੁਸੀਂ ਕਿਸੇ ਨੂੰ ਕੀ ਦੇ ਸਕਦੇ ਹੋ। ਜੇ ਅੱਜ ਨੂੰ ਕੋਈ ਪੁੱਛੇ ਕਿ ਵਾਟ ਇਜ਼ ਦ ਬੈਸਟ ਗਿਫਟ ਯੂ ਕੈਨ ਗਿਵ ਟੂ ਅਦਰਸ, ਸਭ ਤੋਂ ਬੈਸਟ ਗਿਫਟ ਅੱਜ ਜੋ ਮੈਂ ਦੇਣਾ ਹੈ ਦੈਟ ਇਜ਼ ਮਾਈ ਓਨ ਹੈਪੀਨੈਸ। ਜੇ ਅੱਜ ਨੂੰ ਮੈਂ ਇੱਕ ਖੁਸ਼ ਇੰਡੀਵਿਜੂਅਲ ਹਾਂ, ਜੇ ਮੈਂ ਆਪਣਾ ਬੋਝ ਆਪ ਚੁੱਕ ਰਹੀ ਹਾਂ, ਮੇਰੇ ਆਸ-ਪਾਸ ਦੇ ਲੋਕ ਆਪਣੇ ਆਪ ਖੁਸ਼ ਰਹਿਣਗੇ। ਸੋ ਸਭ ਤੋਂ ਪਹਿਲਾਂ ਆਪਣਾ ਬੋਝ ਆਪ ਚੁੱਕਣਾ ਸਿੱਖੋ। ਜੇ ਸਟ੍ਰੈਸ ਹੈ ਉਹਨੂੰ ਕਿਵੇਂ ਮੈਨੇਜ ਕਰਨਾ ਹੈ, ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ ਸਟ੍ਰੈਸ ਦੇ ਰਹੀਆਂ, ਕਿਹੜੀਆਂ ਚੀਜ਼ਾਂ ਹੈ ਜਿਹੜਾ ਤੁਹਾਡਾ ਸਟ੍ਰੈਸ ਤੋੜ ਸਕਦੀ। ਯੂ ਹੈਵ ਟੂ ਫਾਈਂਡ ਦੋਜ਼ ਥਿੰਗਸ। ਜੀ ਜੀ, ਬਿਲਕੁਲ ਤੁਸੀਂ ਠੀਕ ਕਿਹਾ। ਤੇ ਜੇ ਗੱਲ ਇੱਥੇ ਕਰੀਏ ਸਕਾਰਾਤਮਕ ਸੋਚ ਦੀ, ਇੱਕ ਪੋਜ਼ਿਟਿਵ ਸੋਚ, ਪੋਜ਼ਿਟਿਵ ਮਾਈਂਡਸੈਟ ਕਿਵੇਂ ਹੈਲਪ ਕਰ ਸਕਦਾ ਹੈ ਸਟ੍ਰੈਸ ਨੂੰ ਡੀਲ ਕਰਨ ਦੇ ਵਿੱਚ? ਦੇਖੋ ਜਦੋਂ ਆਪਾਂ ਮਾਈਂਡਸੈਟ ਦੀ ਗੱਲ ਕਰਦੇ ਹਾਂ ਮੇਗਾ ਜੀ, ਦੋ ਚੀਜ਼ਾਂ ਹੁੰਦੀਆਂ। ਇੱਕ ਹੁੰਦਾ ਹੈ ਮਾਈਂਡਸੈਟ, ਇੱਕ ਹੁੰਦਾ ਸਟੇਟ ਆਫ ਮਾਈਂਡ। ਅਗੇਨ ਦੋ ਚੀਜ਼ਾਂ। ਸਟੇਟ ਆਫ ਮਾਈਂਡ ਜਿਹੜੀ ਹੈ ਟੈਂਪਰੇਰੀ ਹੈ। ਅੱਛਾ, ਕਿ ਅੱਜ ਮੇਰਾ ਕੋਈ ਨੁਕਸਾਨ ਹੋਇਆ, ਮੈਨੂੰ ਸਟੇਟ ਆਫ ਮਾਈਂਡ ਮੇਰੀ ਨੈਗੇਟਿਵ ਹੋਈ, ਕੱਲ ਨੂੰ ਠੀਕ ਹੋ ਜਾਏਗਾ। ਮਾਈਂਡਸੈਟ ਜਿਹੜਾ ਹੈਗਾ ਲੌਂਗ ਟਰਮ ਹੈ। ਸੇਮ ਲਾਈਕ ਸਟ੍ਰੈਸ, ਰਾਈਟ? ਜਿਹੜਾ ਕ੍ਰੋਨਿਕ ਸਟ੍ਰੈਸ ਹੈ ਲੌਂਗ ਟਰਮ ਹੈ, ਮਾਈਂਡਸੈਟ ਹੈ ਜਿਹੜਾ ਲੌਂਗ ਟਰਮ ਹੈ। ਬਚਪਨ ਤੋਂ ਮੇਰਾ ਕੀ ਬਿਲੀਫ ਹੈ, ਮੈਨੂੰ ਕਿਸ ਤਰ੍ਹਾਂ ਦੀ ਪਰਵਰਿਸ਼ ਮਿਲੀ ਹੈ, ਮੈਨੂੰ ਕੀ ਦੱਸਿਆ ਗਿਆ ਸੀ, ਐਮ ਆਈ ਕੇਪੇਬਲ ਔਰ ਐਮ ਆਈ ਨਾਟ ਕੇਪੇਬਲ, ਜੋ ਕਿ ਬਹੁਤ ਇੰਪੋਰਟੈਂਟ ਹੈ। ਉੱਥੋਂ ਸਾਡਾ ਕੌਨਫੀਡੈਂਸ ਬਿਲਟ ਹੁੰਦਾ ਹੈ। ਹੁਣ ਕਹਿੰਦੇ ਜੀ ਕੌਨਫੀਡੈਂਸ ਨਹੀਂ ਹੈ ਬੱਚੇ 'ਚ। ਮੇਰੇ ਕੋਲ ਆਉਂਦੇ ਆ ਜੀ ਸਾਡਾ ਬੱਚਾ ਕੌਨਫੀਡੈਂਟ ਨਹੀਂ ਹੈ। ਤੁਸੀਂ ਓਵਰਨਾਈਟ ਕਿਸੇ ਨੂੰ ਕੌਨਫੀਡੈਂਟ ਨਹੀਂ ਕਰ ਸਕਦੇ। ਅੱਜ ਨੂੰ ਜੇ 15 ਸਾਲ ਦਾ ਬੱਚਾ ਜਾਂ ਬੱਚੀ ਮੇਰੇ ਕੋਲ ਆ ਰਹੀ ਹੈ, ਉਹਦੇ ਜਿਹੜੇ ਰੀਜ਼ਨਸ ਹੈ ਉਹ ਚਾਈਲਡਹੁੱਡ ਤੋਂ ਸ਼ੁਰੂ ਹੋ ਰਹੇ ਆ। ਸੋ ਜਦੋਂ ਅਸੀਂ ਥੈਰੇਪੀ ਕਰਦੇ ਹਾਂ, ਆਈ ਐਮ ਅ ਥੈਰੇਪਿਸਟ, ਇਟਸ ਲਾਈਕ ਪੀਲਿੰਗ ਐਨ ਅਨੀਅਨ। ਪਿਆਜ਼ ਨੂੰ ਛਿੱਲਣ ਵਾਂਗੂ ਹੁੰਦਾ ਹੈ। ਸਾਨੂੰ ਉੱਪਰੋਂ ਦਿਖਦਾ ਹੈ ਕਿ ਰੀਜ਼ਨ ਕੁਝ ਹੋਰ ਹੈ, ਪਰ ਉਹਦੇ ਅੰਦਰ ਰੀਜ਼ਨ ਬਿਲਕੁਲ ਡਿਫਰੈਂਟ ਹੁੰਦਾ। ਸੋ ਮਾਈਂਡਸੈਟ ਇਜ਼ ਐਵਰੀਥਿੰਗ। ਪੋਜ਼ਿਟਿਵ ਮਾਈਂਡਸੈਟ ਕੈਨ ਡੂ ਵੰਡਰਸ। ਜੇ ਤੁਸੀਂ ਪੋਜ਼ਿਟਿਵਿਟੀ ਰੱਖ ਰਹੇ ਹੋ, ਜੇ ਤੁਹਾਨੂੰ ਲੱਗਦਾ ਹੈ ਕਿ ਡੇ ਟੂ ਡੇ ਲਾਈਫ 'ਚ ਤੁਸੀਂ ਪੋਜ਼ਿਟਿਵ ਰਹਿ ਰਹੇ ਹੋ, ਐਂਡ ਮਾਈਂਡਸੈਟ ਪੋਜ਼ਿਟਿਵ ਰੱਖਣਾ ਇਜ਼ ਲਾਈਕ ਟੇਕਿੰਗ ਅ ਸ਼ਾਵਰ ਐਵਰੀ ਡੇ।
ਜੀ ਜੀ ਮੈਂ ਜਦੋਂ ਆਪਣੇ ਸੈਸ਼ਨਸ ਕਰਦੀ ਹਾਂ, ਲੋਕ ਮੈਨੂੰ ਕਈ ਵਾਰ ਮੋਟੀਵੇਸ਼ਨਲ ਸੈਸ਼ਨਸ ਕਰਦੇ ਆ ਤੇ ਪੁੱਛਦੇ ਆ ਕਿ ਮੈਮ ਕਿੰਨੇ ਟਾਈਮ ਤੱਕ ਅਸੀਂ ਮੋਟੀਵੇਟ ਰਹਾਂਗੇ। ਮੈਂ ਕਿਹਾ ਜੀ ਉਸ ਤਰ੍ਹਾਂ ਹੀ ਹੈ ਜਿੰਨਾ ਟਾਈਮ ਤੁਸੀਂ ਨਹਾ ਕੇ ਫਰੈਸ਼ ਰਹਿੰਦੇ ਹੋ, ਅਗਲੇ ਦਿਨ ਹੋਰ ਰੀਜ਼ਨ ਲੱਭੋ। ਆਹ ਡਾਇਰੀ ਹੈ ਜੀ ਜਿਹੜੀ ਮੈਂ ਜ਼ਰੂਰ ਗੱਲ ਕਰਨਾ ਚਾਹੂੰਗੀ ਇਹਦੇ ਬਾਰੇ। ਦਿਸ ਇਜ਼ ਮਾਈ ਗ੍ਰੈਟੀਟਿਊਡ ਡਾਇਰੀ। ਸੋ ਇਹ ਮੈਂ ਡੇਲੀ ਲਿਖਦੀ ਹਾਂ, ਜਿਹਨੂੰ ਸ਼ੁਕਰਗੁਜ਼ਾਰੀ ਕਹਿੰਦੇ। ਇਹਦੇ ਨਾਲ ਹੁੰਦਾ ਕੀ ਹੈ, ਇੱਕ ਮੈਨੂੰ ਪਰਸਪੈਕਟਿਵ ਮਿਲਦਾ ਲਾਈਫ 'ਚ ਕਿ ਜੇ ਮੇਰੀ ਲਾਈਫ 'ਚ 5 ਚੀਜ਼ਾਂ ਗਲਤ ਚੱਲ ਰਹੀਆਂ, 6 ਸਹੀ ਵੀ ਤੇ ਚੱਲ ਰਹੀਆਂ ਜਾਂ 4 ਸਹੀ ਵੀ ਤੇ ਚੱਲ ਰਹੀਆਂ ਨਾ, ਉਹਦੇ ਨਾਲ ਕੀ ਹੁੰਦਾ ਕਿ ਮਾਈਂਡ ਮੇਰਾ ਹੈ ਆਟੋਮੈਟਿਕਲੀ ਪੋਜ਼ਿਟਿਵਿਟੀ ਤੇ ਫੋਕਸ ਹੁੰਦਾ। ਜੇ ਕੁਝ ਵੀ ਨਹੀਂ ਤੇ ਅੱਜ ਨੂੰ ਮੈਂ ਇੱਥੇ ਬੈਠੀ ਹਾਂ, ਆਈ ਐਮ ਅਲਾਈਵ, ਮੈਂ ਜ਼ਿੰਦਾ ਹੈਗੀ ਹਾਂ, ਮੈਂ ਬੈਠੀ ਹਾਂ, ਗੱਲਬਾਤ ਕਰ ਰਹੀ ਹਾਂ, ਇਹ ਬਹੁਤ ਵੱਡਾ ਰੀਜ਼ਨ ਹੈ ਸ਼ੁਕਰਗੁਜ਼ਾਰੀ ਦਾ। ਰਾਈਟ। ਸੋ ਛੋਟੀਆਂ ਚੀਜ਼ਾਂ ਨਾਲ ਅਸੀਂ ਆਪਣੇ ਮਾਈਂਡਸੈਟ ਨੂੰ ਠੀਕ ਕਰ ਸਕਦੇ ਹਾਂ। ਬੱਚਾ ਛੋਟਾ ਘਰ 'ਚ ਹੈ, ਉਹਦੇ ਨਾਲ ਗੱਲ ਕਰਕੇ, ਕੋਈ ਤੁਸੀਂ ਆਪਣੀ ਕਿਸੇ ਹੌਬੀ ਨੂੰ ਪਰਸਿਊ ਕਰਕੇ ਉਹਦੇ ਨਾਲ ਮਾਈਂਡਸੈਟ ਸਟ੍ਰੈਸ ਦੇ ਵਿੱਚ ਬਹੁਤ ਇੰਪੋਰਟੈਂਟ ਹੈ। ਯੈਸ ਜੀ, ਸਟ੍ਰੈਸ ਹੋਏਗਾ। ਸਟ੍ਰੈਸ ਐਸਾ ਨਹੀਂ ਹੈ ਕਿ ਸਟ੍ਰੈਸ ਇਹੋ ਜਿਹੀ ਚੀਜ਼ ਨਹੀਂ ਹੈ ਕਿ ਹੋਏਗੀ ਨਹੀਂ। ਸਟ੍ਰੈਸ ਹੋਣਾ ਅੱਛਾ ਵੀ ਹੈ, ਬਟ ਜੇ ਤੁਹਾਡਾ ਮਾਈਂਡ ਪੋਜ਼ਿਟਿਵ ਹੈ, ਜੇ ਤੁਹਾਡੀ ਸੋਚ ਸਕਾਰਾਤਮਕ ਹੈ, ਤੁਸੀਂ ਸਟ੍ਰੈਸ ਨੂੰ ਡੀਲ ਅੱਛੀ ਤਰ੍ਹਾਂ ਕਰ ਸਕਦੇ ਹੋ। ਬਿਲਕੁਲ ਤੁਸੀਂ ਠੀਕ ਕਿਹਾ। ਪਰ ਗੱਲ ਜੇ ਉਹਨਾਂ ਲੋਕਾਂ ਦੀ ਕਰੀਏ ਕਿ ਜਿਨ੍ਹਾਂ ਦਾ ਨੈਗੇਟਿਵ ਮਾਈਂਡਸੈਟ ਹੈ ਜੀ, ਹੈ ਨਾ, ਉਹ ਨਕਾਰਾਤਮਕ ਸੋਚਦੇ ਨੇ, ਹਾਂ ਪੱਕੀ ਜਿਹੜੀ ਚੀਜ਼ ਹੁੰਦੀ ਹੈ ਉਹਦੇ ਵਿੱਚ ਵੀ ਉਹਨਾਂ ਨੂੰ ਨੈਗੇਟਿਵਿਟੀ ਨਜ਼ਰ ਆਉਂਦੀ ਹੈ ਜੀ। ਕਿ ਇਸ ਤਰ੍ਹਾਂ ਦੇ ਮਾਈਂਡਸੈਟ ਨੂੰ ਚੇਂਜ ਕੀਤਾ ਜਾ ਸਕਦਾ ਹੈ? ਕਿਉਂਕਿ ਮਾਈਂਡਸੈਟ ਇਦਾਂ ਦਾ ਚੇਂਜ ਕਰਾਂਗੇ ਤਾਂ ਹੀ ਸਟ੍ਰੈਸ ਜਿਹੜਾ ਹੈ ਉਹ ਘਟੇਗਾ ਹੌਲੀ ਹੌਲੀ ਤੇ ਫਿਰ ਖਤਮ ਹੋਏਗਾ। ਜੀ ਜੀ, ਦੇਖੋ ਜਦੋਂ ਆਪਾਂ ਕਿਹਾ ਕਿ ਉਹ ਲੋਕ ਐ ਸੋਚਦੇ ਆ, ਰਾਈਟ, ਅਸੀਂ ਇੱਥੇ ਲੇਬਲ ਕਰ ਰਹੇ ਹਾਂ। ਸਾਨੂੰ ਨਹੀਂ ਪਤਾ ਕਿਉਂ ਸੋਚਦੇ ਆ, ਸਾਨੂੰ ਇਹ ਨਹੀਂ ਪਤਾ ਉਹਨਾਂ ਦੇ ਕੀ ਹਾਲਾਤ ਸੀ, ਸਾਨੂੰ ਇਹ ਨਹੀਂ ਪਤਾ ਉਹਨਾਂ ਦੀਆਂ ਕੀ ਕੰਡੀਸ਼ਨ ਸੀ, ਸਾਨੂੰ ਇਹ ਨਹੀਂ ਪਤਾ ਉਹ ਕਿੱਥੋਂ ਆ ਰਿਹਾ। ਸਾਨੂੰ NLP 'ਚ ਇੱਕ ਚੀਜ਼ ਸਿਖਾਇਆ ਜਾਂਦੀ ਸੀ ਕਿ ਜਦੋਂ ਮੈਂ NLP ਦਾ ਕੋਰਸ ਕੀਤਾ ਸੀ ਇੰਗਲਿਸ਼ 'ਚ, ਕਿ ਐਵਰੀਬਡੀ ਇਜ਼ ਡੂਇੰਗ ਬੈਸਟ ਵਿਦ ਦ ਗਿਵਨ ਰਿਸੋਰਸਿਸ। ਜਿਹੜਾ ਵੀ ਇਨਸਾਨ ਜਿਵੇਂ ਬਿਹੇਵੀਅਰ ਕਰ ਰਿਹਾ ਹੈ ਉਹ ਆਪਣੇ ਅਕੋਰਡਿੰਗਲੀ ਠੀਕ ਕਰ ਰਿਹਾ, ਉਹਨੂੰ ਸ਼ਾਇਦ ਉਸ ਤੋਂ ਬੈਟਰ ਪਤਾ ਹੀ ਨਹੀਂ ਹੈ। ਪਹਿਲੇ ਮੈਂ ਇਸ ਕਰਕੇ ਡਿਸਕਸ ਕਰ ਰਹੀ ਹਾਂ ਕਿਉਂਕਿ ਜੇ ਅਸੀਂ ਕਿਸੇ ਨੂੰ ਲੇਬਲ ਕਰਾਂਗੇ ਅਸੀਂ ਕਦੇ ਅੰਡਰਸਟੈਂਡ ਨਹੀਂ ਕਰ ਸਕਦੇ, ਰਾਈਟ। ਜਿਹੜਾ ਤੁਹਾਡਾ ਕੁਐਸਚਨ ਹੈ ਕਿ ਕੀ ਚੇਂਜ ਕੀਤਾ ਜਾ ਸਕਦਾ ਹੈ, ਬਿਲਕੁਲ ਚੇਂਜ ਕੀਤਾ ਜਾ ਸਕਦਾ ਹੈ, ਪਰ ਜੇ ਉਹ ਖੁਦ ਚਾਹਣ ਤੇ। ਦੇयर ਆਰ ਲੋਟ ਆਫ ਥੈਰੇਪੀਜ਼, ਦੇयर ਆਰ ਲੋਟ ਆਫ ਟੈਕਨੀਕਸ ਦੈਟ ਵੀ ਯੂਜ਼, ਜਿਹਦੇ 'ਚ ਅਸੀਂ ਕੰਡੀਸ਼ਨਿੰਗ ਬੰਦੇ ਦੀ ਬਦਲ ਸਕਦੇ ਹਾਂ, ਪਰ ਉਹਦੇ 'ਚ ਵਿਲਿੰਗਨੈਸ ਹੋਣੀ ਬਹੁਤ ਇੰਪੋਰਟੈਂਟ ਹੈ। ਜੇ ਇਨਸਾਨ ਬਦਲਣਾ ਨਹੀਂ ਚਾਹੁੰਦਾ ਦੈਨ ਇਟ ਇਜ਼ ਵੈਰੀ ਡਿਫਿਕਲਟ। ਬਿਲਕੁਲ ਤੁਸੀਂ ਠੀਕ ਕਿਹਾ ਕਿ ਜੇ ਇਨਸਾਨ ਬਦਲਣਾ ਨਹੀਂ ਚਾਹੁੰਦਾ ਹੈ ਨਾ, ਤੇ ਫਿਰ ਇੱਥੇ ਗੱਲ ਹੋ ਜਾਂਦੀ ਹੈ ਮਾਈਂਡਸੈਟ ਦੀ। ਜੇ ਪੋਜ਼ਿਟਿਵ ਮਾਈਂਡਸੈਟ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ, ਹੈ ਨਾ, ਇੱਕ ਆਪਣੇ ਆਪ ਨੂੰ ਪੋਜ਼ਿਟਿਵ ਕਰਨ ਦੇ ਵਿੱਚ ਇਹ ਪਹਿਲਾ ਕਦਮ ਹੋਏਗਾ। ਸਕਿੱਲ ਤੇ ਵਿਲ ਦੀ ਗੱਲ ਹੁੰਦੀ ਹੈ ਮੇਗਾ ਜੀ। ਸਕਿੱਲ ਹੁੰਦਾ ਕਿ ਇਨਸਾਨ ਨੂੰ ਇਹਦੇ ਕੋਲ ਬਹੁਤ ਸਕਿੱਲ ਹੈ, ਇਹਦੇ ਕੋਲ ਉਹਨੂੰ ਤੁਸੀਂ ਟ੍ਰੇਨ ਕਰ ਦਿੰਦੇ ਹੋ। ਇੱਕ ਹੁੰਦੀ ਹੈ ਵਿਲ, ਪਰ ਵਿਲ ਇਜ਼ ਮੋਰ ਇੰਪੋਰਟੈਂਟ। ਜੇ ਅੱਜ ਨੂੰ ਮੇਰੇ ਕੋਲ ਕੋਈ ਇਹੋ ਜਿਹਾ ਟ੍ਰੇਨੀ ਆ ਜਾਏ ਮੇਰੇ ਆਫਿਸ 'ਚ ਜਿਹਨੂੰ ਸਾਰਾ ਕੁਝ ਆਉਂਦਾ ਜੀ, ਠੀਕ ਹੈ, A to Z ਸਾਰੇ ਉਹਦੇ ਕੋਲ ਕੁਆਲੀਫਾਈ, ਪਰ ਜੇ ਉਹਦਾ ਐਟੀਟਿਊਡ ਹੀ ਠੀਕ ਨਹੀਂ, ਮੈਂ ਉਹਨੂੰ ਕੁਝ ਸਿਖਾ ਹੀ ਨਹੀਂ ਸਕੂੰਗੀ। ਬਿਲਕੁਲ ਸਹੀ ਗੱਲ ਹੈ ਨਾ। ਤੇ ਉਹਦੀ ਜਗ੍ਹਾ ਤੇ ਜੇ ਮੇਰੇ ਕੋਲ ਮੰਨ ਲਓ ਇੱਕ ਲੈਸ ਸਕਿੱਲ ਪਰਸਨ ਆ ਜਾਏ, ਪਰ ਜੋ ਚਾਹੇ ਮੇਰੇ ਤੋਂ ਸਿੱਖਣਾ, ਮੈਂ ਉਹਨੂੰ ਜ਼ਿਆਦਾ ਸਿਖਾ ਸਕਾਂ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਉਹ ਪਰਸਨ ਟੂ ਪਰਸਨ ਉਹ ਵਿਲਿੰਗ ਵੀ ਹੈ ਆਪਣੇ ਆਪ ਨੂੰ ਬਦਲਣਾ। ਜੀ ਬਿਲਕੁਲ ਤੁਸੀਂ ਠੀਕ ਕਿਹਾ। ਤੁਸੀਂ ਹੁਣ ਤੁਹਾਨੂੰ ਲੱਗਦਾ ਕਿ ਨੈਗੇਟਿਵ ਹੋ ਸਕਦਾ, ਉਹ ਖੁਸ਼ ਹੋਵੇ ਉਵੇਂ ਹੀ ਰਹਿ ਕੇ, ਉਹਨੂੰ ਆਪਣੀ ਲਾਈਫ ਅੱਛੀ ਲੱਗ ਰਹੀ ਹੈ ਜੀ, ਉਹਨੂੰ ਅਟੈਂਸ਼ਨ ਮਿਲ ਰਹੀ ਹੈ, ਰਾਈਟ। ਇਹ ਵੀ ਹੋ ਸਕਦਾ ਹੈ, ਇਹ ਵੀ ਇੱਕ ਅਟੈਂਸ਼ਨ ਸੀਕਿੰਗ ਹੈ ਨਾ। ਜੀ ਜੀ ਬਿਲਕੁਲ ਤੁਸੀਂ ਠੀਕ ਕਿਹਾ। ਤੇ ਹੁਣ ਬੱਚਿਆਂ ਦੀ ਗੱਲ ਇੱਥੇ ਜ਼ਰੂਰ ਕਰਾਂਗੇ। ਅੱਜ ਕੱਲ ਦਾ ਮਾਹੌਲ ਜੇ ਦੇਖੀਏ ਤੇ ਦੇਖਣ ਦੇ ਵਿੱਚ ਆ ਰਿਹਾ ਕਿ ਬੱਚਿਆਂ ਨੂੰ ਵੀ ਮਾਨਸਿਕ ਤਣਾਅ ਜਿਹੜਾ ਲਗਾਤਾਰ ਵੱਧ ਰਿਹਾ। ਰੀਜ਼ਨ ਵੱਖਰੇ ਹੋ ਸਕਦੇ ਨੇ, ਪਰ ਬੱਚਿਆਂ ਨੂੰ ਵੀ ਸਟ੍ਰੈਸ ਹੋ ਰਿਹਾ। ਕਈ ਬੱਚਿਆਂ ਨੂੰ ਸਟ੍ਰੈਸ ਹੈ ਕਿ ਜਿਹੜੇ ਉਹਨਾਂ ਦੇ ਪੇਰੈਂਟਸ ਹੈ, ਮਾਪੇ ਹੈ, ਉਹਨਾਂ ਦਾ ਕੰਪੈਰੀਜ਼ਨ ਬਹੁਤ ਕਰਦੇ ਨੇ, ਕੰਪੀਟੀਸ਼ਨ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਪਾਉਂਦੇ ਨੇ, ਐਕਸਪੈਕਟੇਸ਼ਨਸ ਬਹੁਤ ਹੈ ਕਿ ਇਹਨੇ ਡਾਕਟਰ ਹੀ ਬਣਨਾ ਹੈ, ਇਹਨੂੰ ਇੰਜੀਨੀਅਰ ਹੀ ਬਣਾਉਣਾ ਹੈ, ਜਾਂ ਫਿਰ ਇਹਨੇ ਬਾਹਰ ਹੀ ਜਾਣਾ ਹੈ। ਮਤਲਬ ਕਈ ਤਰ੍ਹਾਂ ਦੇ ਜਿਹੜੇ ਰੀਜ਼ਨ ਹੈ। ਕਾਫੀ ਆਨਸਰਸ ਆਪ ਹੀ ਦੇਤੇ ਹੈ ਵੈਸੇ, ਠੀਕ ਹੈ, ਕਿ ਸਟ੍ਰੈਸ ਕਿਉਂ ਹੈ ਬੱਚਿਆਂ ਦਾ। ਦੇਖੋ ਜਦੋਂ ਇੱਕ ਬੱਚਾ ਪੈਦਾ ਹੁੰਦਾ ਹੈ ਉਹ ਕਿੰਨਾ ਚੇਅਰਫੁਲ ਹੁੰਦਾ, ਉਹ ਉੱਠਦੇ ਹੀ ਜਾਂ ਮਤਲਬ ਬੋਲਦੇ ਹੀ ਨਹੀਂ ਕਹਿੰਦਾ ਮੈਂ ਸਟ੍ਰੈਸ ਹਾਂ, ਮੈਨੂੰ ਟੈਨਸ਼ਨ ਹੋ ਰਹੀ ਹੈ, ਰਾਈਟ। ਤੁਸੀਂ ਮੰਨੋਗੇ ਨਹੀਂ, ਮੇਰੇ ਕੋਲ ਇੱਕ ਬੱਚਾ ਇਸ ਟਾਈਮ ਲੈ ਰਿਹਾ ਸੈਸ਼ਨਸ ਲੈ ਰਿਹਾ, ਉਹਦੀ ਏਜ ਹੈ 8 years। ਅੱਛਾ, ਇਮੈਜਿਨ ਤੁਸੀਂ ਇਹ ਦੇਖੋ ਕਿ ਉਸ ਬੱਚੇ ਨੂੰ ਪੈਨਿਕ ਅਟੈਕਸ ਵੀ ਹੁੰਦੇ ਹੈ, ਉਹਨੂੰ ਟੈਨਸ਼ਨਸ ਵੀ ਹੁੰਦੀਆਂ, ਉਹ ਸੋਚਦਾ ਵੀ। ਸੋ ਇੱਥੇ ਮੈਨੂੰ ਲੱਗਦਾ ਪੈਰੈਂਟਿੰਗ ਦਾ ਕਾਫੀ ਰੋਲ ਹੈ ਕਿ ਬੱਚਾ ਇਟਸੈਲਫ ਇਜ਼ ਹੈਪੀ, ਉਹ ਹੈਪੀ ਹੀ ਆਇਆ ਸੀ ਜਦੋਂ ਉਹਦਾ ਜਨਮ ਹੋਇਆ ਸੀ, ਪਰ ਅਸੀਂ ਪੈਰੈਂਟਿੰਗ ਕਿਸ ਤਰ੍ਹਾਂ ਦੀ ਕਰ ਰਹੇ ਹਾਂ। ਤੁਸੀਂ ਕਾਫੀ ਚੀਜ਼ਾਂ ਖੁਦ ਵੀ ਕਹਿ ਰਹੀਆਂ ਕਿ ਜਦੋਂ ਅਸੀਂ ਕੁਝ ਹੋਰ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਪਣੇ ਬੱਚਿਆਂ ਨੂੰ ਕੁਝ ਹੋਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਐਜ਼ ਅ ਆਊਟ ਆਫ ਕੰਪੈਰੀਜ਼ਨ, ਆਟੋਮੈਟਿਕਲੀ ਸਟ੍ਰੈਸ ਆਏਗਾ। ਦੇਖੋ ਹਰ ਇਨਸਾਨ, ਹਰ ਬੱਚਾ ਯੂਨੀਕ ਹੈ, ਮਾਸਟਰਪੀਸ ਹੈ, ਮੇਰੇ ਵਰਗਾ ਜਾਂ ਤੁਹਾਡੇ ਵਰਗਾ ਕੋਈ ਹੋਰ ਸ਼ਖਸ ਨਹੀਂ ਹੈ ਇਸ ਦੁਨੀਆ 'ਚ। ਦ ਪ੍ਰੋਬਲਮ ਹੈਪਨਸ ਜਦੋਂ ਅਸੀਂ ਆਪਣੇ ਆਪ ਨੂੰ
कुछ होर बनने की कोशिश करते हैं। कंपटीशन अच्छा है, कंपटीशन करना अच्छा है, बट पहला तुसी ये देखो कि मेरे बच्चे दी की क्वालिटीज़ है, मेरा बच्चा किस चीज़ लिए कैपेबल है। कि मैं सिर्फ उन्होंने इंजीनियर बनाना चाहना क्योंकि जस्ट मेरी सोसाइटी 4 इंजीनियर है, हो सकता है मेरा बच्चा सिंगर बनना चाहता है। सो जी सोशल कंडीशनिंग है, यू नो साइकोलॉजी च कहा जाता है कि सोशल कंडीशनिंग बहुत ज़्यादा हो गई है जी सोसाइटी दे विच कि एक बंदा इस तरह कर रहा है, शायद यही रस्ता ठीक है तो मैं भी इंज ही करा। सो वो बहुत बड़ा रीज़न है। ਬੱਚਿਆਂ ਦਾ ਅੱਜਕੱਲ ਜਿਹੜਾ 2 ਸਾਲਾਂ ਤੋਂ ਮੈਂ ਕਹੂੰਗੀ ਕਿ ਕਰੋਨਾ ਟਾਈਮਸ ਕਰਕੇ ਜਿਹੜੀਆਂ ਆਨਲਾਈਨ ਕਲਾਸਿਸ ਹੈ, ਜਿਹੜੀਆਂ ਫਿਜ਼ੀਕਲ ਡਿਵੈਲਪਮੈਂਟ ਹੋ ਰਹੀਆਂ, ਬੱਚੇ ਇੱਕ ਜਗ੍ਹਾ ਤੇ ਬੈਠੇ ਹੋਏ ਹੈ, ਗੈਜਟਸ ਦੇ ਅੱਗੇ ਬੈਠੇ ਰਹਿੰਦੇ ਹੈ, ਦੇ ਆਰ ਜਸਟ ਅਟੈਂਡਿੰਗ ਕਲਾਸਿਸ, ਉਹਦੇ ਕਰਕੇ ਕਾਫੀ ਸਟ੍ਰੈਸ ਆਇਆ, ਉਹਨਾਂ ਦੀ ਓਬੈਸਿਟੀ ਦਾ ਰੀਜ਼ਨ ਬਣਿਆ, ਬੱਚਿਆਂ ਨੇ ਬਹੁਤ weight gain ਕੀਤਾ। ਇਹਦੇ 'ਚ ਫੇਰ ਪੈਰੈਂਟਿੰਗ ਦਾ ਹੀ ਰੋਲ ਆਉਂਦਾ ਹੈ, ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਇਨਵੋਲਵ ਕਰ ਸਕਦੇ हैं एज अ मदर्स, क्योंकि देखो लेडीज़ ते भी बहुत ज़्यादा स्ट्रैस आया इस करके उन्होंने मल्टीपल चीज़ां मतलब तरह ਦੀਆਂ ਚੀਜ਼ਾਂ हैंडल करनियां पै रही हैं। सो ਇਹਦੇ 'ਚ ਇੱਕ ਵਾਈਫ, ਇੱਕ ਮਦਰ, ਇੱਕ ਲੇਡੀ ਕੀ ਕਰ ਸਕਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਨਵੋਲਵ ਕਰ ਸਕਦੀ ਹੈ ਥੋੜੇ ਟਾਈਮ ਲਈ, ਕਿ ਇੱਕ ਤਾਂ ਉਹਦਾ ਕੰਮ ਵੀ ਘਟੇਗਾ, ਦੂਸਰਾ ਟੀਮ ਵਰਕ ਹੋਏਗਾ, ਬੱਚਿਆਂ ਨੂੰ ਵੀ ਯੂ نو ਇੱਕ ਡਿਫਰੈਂਟ ਮਿਲੇਗਾ। ਬਿਲਕੁਲ। ਸੋ ਇਹ ਛੋਟੀ ਚੀਜ਼ਾਂ ਨਾਲ ਹੀ, ਬਾਕੀ ਦੇਖੋ ਅਨਸਰਟਨਟੀ ਸਾਰਿਆਂ ਲਈ ਹੈ, ਦਿਸ ਇਜ਼ ਅ ਗਲੋਬਲ ਪ੍ਰੋਬਲਮ, ਬਟ ਕੁਛ ਲੋਕਾਂ ਨੇ ਇਹਦਾ ਬੜਾ ਐਡਵਾਂਟੇਜ ਵੀ ਚੁੱਕਿਆ, ਉਹਨਾਂ ਦੀਆਂ ਫੈਮਲੀਜ਼ ਦੀ ਬੜੀਆਂ ਡਿਵੈਲਪਮੈਂਟ ਹੋਈਆਂ, ਕੁਛ ਲੋਕਾਂ ਦੀ ਡਿਫਰੈਂਟ ਹੋਈ। ਸੋ ਇਟ ਇਜ਼ ਅਬਾਊਟ ਚੋਇਸਿਸ ਯੂ ਆਰ ਮੇਕਿੰਗ, ਤੁਸੀਂ ਕੀ ਚੋਇਸਿਸ ਕਰ ਰਹੇ ਹੋ ਡੇਲੀ, ਤੁਹਾਡੀ ਕੀ ਆਰਗੇਨਾਈਜੇਸ਼ਨ ਹੈ, ਤੁਹਾਡੀ ਕੀ ਪਲੈਨਿੰਗ ਹੈ, ਤੁਸੀਂ ਕਿਵੇਂ ਆਪਣੇ ਬੱਚਿਆਂ ਨਾਲ ਡੀਲ ਕਰ ਰਹੇ ਹੋ। ਜੀ ਬਿਲਕੁਲ ਤੁਸੀਂ ਠੀਕ ਕਿਹਾ। ਤੇ ਗੱਲ ਜੇ ਹੁਣ ਇਹ ਕਰੀਏ ਕਿ ਜੇ ਕੋਈ ਸਟ੍ਰੈਸ ਦੇ ਵਿੱਚ ਹੁੰਦਾ ਹੈ ਤੇ ਐਜ਼ ਅ NLP ਟ੍ਰੇਨਰ ਤੁਸੀਂ ਕਿਵੇਂ ਉਹਨਾਂ ਦੀ ਮਦਦ ਕਰਦੇ ਹੋ? ਦੇਖੋ ਦੇਰ ਆਰ ਡਿਫਰੈਂਟ ਟੈਕਨੀਕਸ ਦੈਟ ਵੀ ਯੂਜ਼। ਜਦੋਂ ਅਸੀਂ NLP ਕਰਦੇ ਹਾਂ, ਇਹਦੇ 'ਚ ਸਾਡੀ ਇੱਕ ਟਾਈਮਲਾਈਨ ਥੈਰੇਪੀ ਹੁੰਦੀ ਹੈ, ਜਿਹੜੀ ਕਿ ਯੂ ਨੋ ਇਟ ਇਜ਼ ਵੈਰੀ ਸਿਮਿਲਰ ਟੂ, ਜਿਵੇਂ ਇਟ ਇਜ਼ ਲਾਈਕ ਗੋਇੰਗ ਬੈਕ ਟੂ ਦ ਟਾਈਮ ਐਂਡ ਰੀਕੰਡੀਸ਼ਨਿੰਗ ਹੁੰਦੀ ਹੈ। ਰੇਕੀ ਹੀਲਿੰਗ ਡਿਫਰੈਂਟ ਹੈ, ਜਿਹੜੀ ਆਪਣੀ NLP ਡਿਫਰੈਂਟ ਹੈ, ਲਾਈਫ ਕੋਚਿੰਗ ਡਿਫਰੈਂਟ ਹੈ, NLP ਦੇ ਵਿੱਚ ਹਿਪਨੋਥੈਰੇਪੀ ਡਿਫਰੈਂਟ ਹੈ। ਤੇ ਜਿਹੜੀ ਇੱਕ ਚੀਜ਼ ਹੈ ਉਹ ਹਰ 'ਤੇ ਕੰਮ ਨਹੀਂ ਕਰਦੀ। ਇਟ ਇਜ਼ पर्सन टू पर्सन। कई बार सिर्फ काउंसलिंग, कई बार 4 शब्द ही अगले की लाइफ चेंज कर लेंगे। एक क्वेश्चन मैंने लोग पूछते हैं कि मैम क्या इंसान बदल सकता है 1 सेकंड में, अच्छा, और 1 दिन में? तो ਉਹਦਾ ਜਿਹੜਾ ਆਨਸਰ ਹੁੰਦਾ ਹੈ ਉਹ ਇਹੀ ਹੁੰਦਾ ਹੈ ਕਿ ਇਨਸਾਨ ਇੱਕ क्षण ਵਿੱਚ ਹੀ ਬਦਲਦਾ ਹੈ, ਪਰ ਉਸ क्षण ਤੱਕ ਪਹੁੰਚਣ ਲਈ ਕਈ ਵਾਰ ਪੂਰੀ ਉਮਰ ਲੱਗ ਜਾਂਦੀ ਹੈ ਤੇ ਕਈ ਵਾਰ ਉਹ क्षण ਆਂਦਾ ਹੀ ਨਹੀਂ ਲਾਈਫ 'ਚ। ਜੀ ਰਾਈਟ। ਸੋ ਹਰ ਪਰਸਨਲੀ ਡਿਫਰੈਂਟ ਟੈਕਨੀਕਸ ਹੈ ਜਿਹੜੀਆਂ ਅਸੀਂ ਯੂਜ਼ ਕਰਦੇ। ਜੀ ਬਿਲਕੁਲ ਤੁਸੀਂ ਠੀਕ ਕਿਹਾ। ਤੇ ਗੱਲਬਾਤ ਇਸ ਤਰ੍ਹਾਂ ਕਰਦੇ ਰਵਾਂਗੇ। ਪ੍ਰੋਗਰਾਮ ਚੱਲ ਰਿਹਾ ਹੈ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਅਸੀਂ ਸਟ੍ਰੈਸ ਮੈਨੇਜਮੈਂਟ ਤੇ ਗੱਲਬਾਤ ਕਰ ਰਹੇ ਹਾਂ। ਗੀਤ ਤੋਂ ਬਾਅਦ ਹੋਰ ਬਹੁਤ ਸਾਰੀਆਂ ਖਾਸ ਗੱਲਾਂ ਹੋਣਗੀਆਂ, ਪਰ ਇਸ ਵੇਲੇ ਦੇਖਦੇ ਤੇ ਸੁਣਦੇ ਇਹ ਗੀਤ। ਕੋਲੋਂ ਦੀ ਲੰਘਦੀ ਏ ਹੌਕਾ ਜਿਹਾ ਭਰ ਕੇ ਨੀ, ਕੋਲੋਂ ਦੀ ਲੰਘਦੀ ਏ ਹੌਕਾ ਜਿਹਾ ਭਰ ਕੇ ਨੀ, ਪੀਪਾ 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 ਮੁੰਡਾ ਵਿਗੜ ਗਿਆ ਤੇਰੇ ਕਰਕੇ ਨੀ, ਪੀਪਾ ਮੁੰਡਾ ਵਿਗੜ ਗਿਆ ਤੇਰੇ ਕਰਕੇ ਨੀ, ਪੀਪਾ ਮੁੰਡਾ ਵਿਗੜ ਗਿਆ ਤੇਰੇ ਕਰਕੇ ਨੀ, ਪੀਪਾ ਮੁੰਡਾ ਵਿਗੜ ਗਿਆ ਤੇਰੇ ਕਰਕੇ ਨੀ। ਤੇਰੇ ਪਿੱਛੇ ਕਾਲਜ ਵਿੱਚੋਂ ਨਾਮ ਕਟਾ ਬੈਠਾ, ਤੇਰੇ ਪਿੱਛੇ ਕਾਲਜ ਵਿੱਚੋਂ ਨਾਮ ਕਟਾ ਬੈਠਾ, 4 ਜਮਾਤਾਂ ਪੜ੍ਹ ਕੇ ਉਹ ਵੀ ਖੂਹ ਵਿੱਚ ਪਾ ਬੈਠਾ, 4 ਜਮਾਤਾਂ ਪੜ੍ਹ ਕੇ ਉਹ ਵੀ ਖੂਹ ਵਿੱਚ ਪਾ ਬੈਠਾ। ਲੱਗਣਾ ਕਿਹੜਾ ਡੀਸੀ, ਲੱਗਣਾ ਕਿਹੜਾ ਡੀਸੀ, ਕਹਿੰਦਾ ਬਹੁਤਾ ਪੜ੍ਹ ਕੇ ਨੀ, ਪੀਪਾ 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 ਮੁੰਡਾ ਵਿਗੜ ਗਿਆ ਤੇਰੇ ਕਰਕੇ ਨੀ, ਪੀਪਾ ਮੁੰਡਾ ਵਿਗੜ ਗਿਆ ਤੇਰੇ ਕਰਕੇ ਨੀ, ਪੀਪਾ ਮੁੰਡਾ ਵਿਗੜ ਗਿਆ ਤੇਰੇ ਕਰਕੇ ਨੀ, ਪੀਪਾ ਮੁੰਡਾ ਵਿਗੜ ਗਿਆ ਤੇਰੇ ਕਰਕੇ ਨੀ। ਮਿੱਟੀ ਬੇਬੇ ਬਾਪੂ ਦੇ ਜੋ ਗੋਡੇ ਕੁੱਟਦਾ ਸੀ, ਮਿੱਟੀ ਬੇਬੇ
ਬਾਪੂ ਦੇ ਜੋ ਗੋਡੇ ਕੁੱਟਦਾ ਸੀ ਸਾਰੇ ਪਿੰਡ ਦੀ ਸੋਭਾ ਨੂੰ ਦਿਨ ਰਾਤੀ ਲੁੱਟਦਾ ਸੀ ਸਾਰੇ ਪਿੰਡ ਦੀ ਸੋਭਾ ਨੂੰ ਦਿਨ ਰਾਤੀ ਲੁੱਟਦਾ ਸੀ ਜੜੇ ਖਣੇ ਦੀ ਅੱਗ ਦੇ ਵਿੱਚ ਤਾਂ ਹੁਣ ਉਹ ਰੜਕੇ ਨੀ ਪੀਪਾ 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 ਮੁੰਡਾ ਵਿਗੜ ਗਿਆ ਤੇਰੇ ਕਰਕੇ ਨੀ ਪੀਪਾ ਮੁੰਡਾ ਵਿਗੜ ਗਿਆ ਤੇਰੇ ਕਰਕੇ ਨੀ ਪੀਪਾ ਮੁੰਡਾ ਵਿਗੜ ਗਿਆ ਤੇਰੇ ਕਰਕੇ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ। ਸਟ੍ਰੈਸ ਮੈਨੇਜਮੈਂਟ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ। ਤਰਵੀਨ ਕੌਰ ਜੀ ਸਟੂਡੀਓ ਦੇ ਵਿੱਚ ਮੇਰੇ ਨਾਲ ਨੇ, ਲਾਈਫ ਕੋਚ ਨੇ, NLP ਕੋਚ ਨੇ, ਰੇਕੀ ਹੀਲਰ ਨੇ। ਲਗਾਤਾਰ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਹੁਣ ਇੱਕ ਬੜਾ ਹੀ ਅਹਿਮ ਸਵਾਲ ਹੈ, ਉਹ ਹੈ ਸੋਸ਼ਲ ਮੀਡੀਆ ਦਾ। ਸੋਸ਼ਲ ਮੀਡੀਆ ਅੱਜ ਕੱਲ੍ਹ ਸਭ ਦੇ ਹੱਥਾਂ ਦੇ ਵਿੱਚ ਹੈ ਨਾ, ਮੋਬਾਈਲ ਦੇ ਥਰੂ ਅਸੀਂ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਹਾਂ। ਕੀ ਅਸਰ ਪੈ ਰਿਹਾ ਇਹਦਾ ਸਾਡੇ ਤੇ? ਸੋਸ਼ਲ ਮੀਡੀਆ ਦੇ ਬਾਰੇ ਜੇ ਆਪਾਂ ਗੱਲ ਕਰੀਏ, ਜਦੋਂ ਸੋਸ਼ਲ ਮੀਡੀਆ ਦੇ ਵਿੱਚ FB ਹੈ, ਲਿੰਕਡਇਨ ਹੈ, ਟਵਿੱਟਰ ਹੈ, ਇੰਸਟਾਗ੍ਰਾਮ ਹੈ, ਤੁਸੀਂ ਦੇਖੋਗੇ, ਤੁਸੀਂ ਜਿਵੇਂ ਕਿਹਾ ਕਿ ਲੋਕਾਂ ਨੇ ਅੱਜ ਕੱਲ੍ਹ ਹੱਥ 'ਚ ਫੋਨ ਫੜੇ ਹੋਏ ਹੈ ਤੇ ਇੱਕ ਮਿੰਟ ਦੀ ਰਿਪੋਰਟ ਸਾਨੂੰ ਮਿਲ ਵੀ ਰਹੀ ਹੈ ਤੇ ਅਸੀਂ ਦੇ ਵੀ ਰਹੇ ਹਾਂ। ਜੇ ਅੱਜ ਨੂੰ ਮੈਂ ਮਤਲਬ ਨਾਟ ਮੀ, ਪਰ ਜੇ ਅੱਜ ਨੂੰ ਕੋਈ ਖਾਣਾ ਵੀ ਖਾਣ ਜਾ ਰਿਹਾ ਉਹ ਨਾਲ ਹੀ ਰੀਲ ਬਣਾ ਕੇ ਪਾ ਰਿਹਾ, ਸੋ ਸਭ ਨੂੰ ਅਸੀਂ ਇਨਫੋਰਮੇਸ਼ਨ ਦੇ ਰਹੇ ਹਾਂ ਕਿ ਮੈਂ ਕਿੱਥੇ ਬੈਠੀ ਹਾਂ, ਕੀ ਕਰ ਰਹੀ ਹਾਂ। ਹੁਣ ਜੇ ਅਸੀਂ ਇਹਦਾ ਪੋਜ਼ਿਟਿਵ ਐਸਪੈਕਟ ਦੇਖੀਏ, ਸੋਸ਼ਲ ਮੀਡੀਆ ਜਦੋਂ ਆਇਆ ਸੀ, ਜਦੋਂ ਇਹ ਸਭ ਚੀਜ਼ਾਂ ਆਈਆਂ ਸੀ, ਇਹਨਾਂ ਦਾ ਪਰਪਸ ਸੀ ਟੂ ਐਕਚੁਅਲੀ ਗਿਵ ਯੂ ਸਮਥਿੰਗ ਬੈਟਰ। ਤੁਸੀਂ ਆਪਣੇ ਵਰਕ ਨੂੰ ਕਿਵੇਂ ਇੰਪਰੂਵ ਕਰ ਸਕਦੇ ਸੀ, ਆਪਣੀ ਮਾਰਕੀਟਿੰਗ ਕਿਵੇਂ ਕਰ ਸਕਦੇ ਸੀ, ਵਰਲਡ ਨੂੰ ਰੀਚ ਆਊਟ ਕਿਵੇਂ ਕਰ ਸਕਦੇ ਸੀ, ਜਿਹੜੀਆਂ ਚੀਜ਼ਾਂ ਪੋਸੀਬਲ ਨਹੀਂ ਸੀ ਅੱਜ ਫ੍ਰੀ ਆਫ ਕਾਸਟ ਜਿੱਥੇ ਮਰਜ਼ੀ ਤੁਸੀਂ ਦੁਨੀਆ 'ਚ ਬਹਿ ਕੇ ਇੱਥੇ ਮਰਜ਼ੀ ਕਾਲ ਕਰ ਸਕਦੇ ਹੋ। ਦੀਜ਼ ਆਰ ਆਲ ਟੈਕਨੋਲੋਜੀ, ਰਾਈਟ? ਟੈਕਨੋਲੋਜੀ ਕੇਮ ਵਿਦ ਅ ਗੁੱਡ ਇੰਟੈਂਸ਼ਨ ਟੂ ਅਸ। ਅਸੀਂ ਇਹਨੂੰ ਸਪੋਇਲ ਖੁਦ ਕੀਤਾ, ਠੀਕ ਹੈ? ਅਸੀਂ ਇਹਨੂੰ ਐਕਸਪਲੋਇਟ ਕਰਤਾ। ਜਿਹੜੀ ਚੀਜ਼ ਨੂੰ ਇਹਦੇ 'ਚ ਅਗੇਨ ਉਹੀ ਸੋਚਣ ਵਾਲੀ ਗੱਲ ਹੈ ਕਿ ਅਸੀਂ ਦੇਖੋ ਰਿਸੋਰਸਿਸ ਵਰਸਸ ਰਿਸੋਰਸਫੁਲਨੈਸ, ਕਿ ਕੀ ਸਾਨੂੰ ਰਿਸੋਰਸਿਸ ਮਿਲੇ ਸੀ, ਉਹਨਾਂ ਨੂੰ ਅਸੀਂ ਯੂਜ਼ ਕਿਵੇਂ ਕਰ ਰਹੇ ਹਾਂ। ਉਹ ਕੱਲ ਪਰਸੋਂ ਮੈਂ ਕੋਟੇਸ਼ਨ ਪੜ੍ਹ ਰਹੀ ਸੀ ਕਿ ਜ਼ਰੂਰਤ ਤੋਂ ਜ਼ਿਆਦਾ ਸਭ ਕੁਛ ਪੋਇਜ਼ਨ ਹੈ। ਬਿਲਕੁਲ ਸਹੀ। ਖਾਣਾ, ਈਗੋ, ਪਿਆਰ, ਪੈਸਾ, everything which is more than required is a poison, ਜ਼ਹਿਰ ਹੈ। same with Facebook and social media, ਕਿਸੇ why only Facebook? ਹਰ ਚੀਜ਼ ਹੁਣ ਅਸੀਂ ਯੂਜ਼ ਕਰਦੇ ਹਾਂ ਸਾਡੇ ਆਪਣੇ ਪਰਪਸ ਲਈ ਸੋਸ਼ਲ ਮੀਡੀਆ, ਲਿੰਕਡਇਨ, ਟਵਿੱਟਰ to reach out to more people. For us it is a boon, ਸਾਡੇ ਲਈ ਬਹੁਤ ਹੈਲਪਫੁਲ ਹੋ ਰਿਹਾ। ਸੋ ਇਹ ਡਿਪੈਂਡ ਕਰਦਾ ਹੈ ਪਰਸਨ ਟੂ ਪਰਸਨ। ਉਹੀ ਬੰਦਾ ਹਰ ਸਮੇਂ ਆਪਣਾ ਟਾਈਮ ਵੇਸਟ ਕਰ ਰਿਹਾ ਸੋਸ਼ਲ ਮੀਡੀਆ 'ਤੇ, ਠੀਕ ਹੈ? ਮੈਂ ਵੀ ਪੋਸਟਸ ਪਾਉਂਦੀ ਹਾਂ, ਮੇਰੀਆਂ ਵੀ ਇੰਸਟਾ ਦੀਆਂ ਮੈਂ ਰੀਲਸ ਵੀ ਬਣਾ ਕੇ ਪਾਉਂਦੀ ਹਾਂ, ਫੇਸਬੁੱਕ ਵੀ ਯੂਜ਼ ਕਰਦੀ ਹਾਂ, ਬਟ ਆਈ ਹੈਵ ਟੂ ਮੇਕ ਸ਼ੋਰ ਕਿ ਮੈਂ ਕਿਵੇਂ ਆਪਣਾ ਟਾਈਮ ਡਿਵਾਈਡ ਕਰ ਰਹੀ ਹਾਂ, ਮੈਨੂੰ ਇਹਦਾ ਪਰਪਸ ਕੀ ਹੈ। ਵੈਨ ਯੂ ਹੈਵ ਨਥਿੰਗ ਐਲਸ ਟੂ ਡੂ ਦੈਨ ਯੂ ਆਰ ਵੇਸਟਿੰਗ ਯੋਰ ਟਾਈਮ ਔਨ ਸੋਸ਼ਲ ਮੀਡੀਆ। ਸੋ ਆਪਾਂ ਸੋਸ਼ਲ ਮੀਡੀਆ ਨੂੰ ਨਹੀਂ ਗਲਤ ਕਹਿ ਸਕਦੇ, ਅਸੀਂ ਉਹਨੂੰ ਕੰਟਰੋਲ ਕਿਵੇਂ ਕਰ ਰਹੇ ਹਾਂ, ਅਸੀਂ ਉਹਨੂੰ ਯੂਜ਼ ਕਿਵੇਂ ਕਰ ਰਹੇ ਹਾਂ, ਦੈਟ ਇਜ਼ ਅ ਪ੍ਰੋਬਲਮ। ਦੈਟ ਇਜ਼ ਅ ਪ੍ਰੋਬਲਮ। ਹੁਣ ਹੋ ਕੀ ਰਿਹਾ, ਕਿਵੇਂ ਸਾਨੂੰ ਕਰ ਰਿਹਾ, ਕਿਉਂਕਿ ਦੇਖੋ ਹਰ ਬੰਦੇ ਦਾ ਅੱਜ ਕੱਲ੍ਹ ਪ੍ਰੋਫਾਈਲ ਹੈ। ਆਪਾਂ ਫੇਸਬੁੱਕ ਦਾ ਐਗਜ਼ਾਮਪਲ ਲੈਂਦੇ ਹਾਂ, ਰਾਈਟ? ਇੱਕ ਬੰਦੇ ਨੂੰ ਤੁਸੀਂ ਜਾਣਦੇ ਹੋ, ਤੁਹਾਡੀ ਕੋਈ ਫਰੈਂਡ ਹੈ ਜਾਂ ਕੋਈ ਤੁਹਾਡਾ ਰਿਲੇਟਿਵ ਹੈ ਜਿਹੜਾ ਕਿ ਕੱਲ ਪਰਸੋਂ ਮੰਨ ਲਓ ਹੌਲੀਡੇ 'ਤੇ ਜਾ ਕੇ ਆਇਆ ਮਾਲਦੀਵਸ, ਉਹਨੇ ਆ ਕੇ ਫੋਟੋ ਪਾਤੀ ਹੈ। ਦ ਮੋਮੈਂਟ ਯੂ ਲੁੱਕ ਇਨ ਟੂ ਦੈਟ ਪੋਸਟ, ਤੁਹਾਨੂੰ ਲੱਗੇਗਾ ਮੇਰੀ ਕੀ ਜ਼ਿੰਦਗੀ ਹੈ, ਮੈਂ ਤੇ ਇੱਥੇ ਹੀ ਬੈਠੀ ਹਾਂ, ਮੈਂ ਤੇ ਕਿਤੇ ਜਾ ਹੀ ਨਹੀਂ ਸਕਦੀ। ਯੂ ਡੋਂਟ ਨੋ ਵਟ ਇਜ਼ ਗੋਇੰਗ ਬਿਹਾਈਂਡ ਦੋਜ਼ ਪਿਕਚਰਸ। ਆਪਾਂ ਨੂੰ ਕੀ ਦਿਖ ਰਹੀ ਹੈ? ਪੋਸਟ ਦਿਖ ਰਹੀ ਹੈ। ਉਹਦੇ ਨਾਲ ਕੀ ਹੈ? ਕੌਨਸਟੈਂਟ ਸਟ੍ਰੈਸ ਆ ਰਿਹਾ, ਕੌਨਸਟੈਂਟ ਕੰਪੀਟੀਸ਼ਨ ਆ ਰਿਹਾ ਟੂ ਲੁੱਕ ਸਮਬਡੀ ਐਲਸ, ਟੂ ਫੀਲ ਸਮਬਡੀ ਐਲਸ ਔਰ ਟੂ ਬਿਕਮ ਸਮਬਡੀ ਐਲਸ। ਸੋ ਇਹਨੂੰ ਕੰਟਰੋਲ ਕੀਤਾ ਜਾ ਸਕਦਾ, ਰਾਈਟ? ਇਹਨੂੰ ਪਰਪਸਲੀ ਅੱਛੇ ਉਹਦੇ ਨਾਲ ਉਹ ਕਿਵੇਂ ਕੰਟਰੋਲ ਹੋਏਗਾ? ਦੈਨ ਆਈ ਵੁੱਡ ਹੈਵ ਸੈਲਫ ਕੌਨਫੀਡੈਂਸ। ਜਦੋਂ ਮੈਨੂੰ ਆਪਣੀ ਸੈਲਫ ਪਰਸੈਪਸ਼ਨ, ਆਪਣੀ ਸੈਲਫ ਇਮੇਜ ਹੈ ਕਿ ਮੈਂ ਜਿੱਥੇ ਹਾਂ, ਜਿਵੇਂ ਹਾਂ, ਖੁਸ਼ ਹਾਂ। ਜਿਵੇਂ ਮੈਂ ਗ੍ਰੈਟੀਟਿਊਡ ਦੇ ਬਾਰੇ 'ਚ ਗੱਲ ਕੀਤੀ ਕਿ ਮੈਂ ਹੁਣ ਇਹਨੂੰ ਲਿਖਣਾ ਹੀ ਲਿਖਣਾ, ਗ੍ਰੈਟੀਟਿਊਡ ਜਨਰਲ ਹੈ ਮੇਰਾ। ਇੱਕ ਬੁੱਕ ਵੀ ਮੈਂ ਰੈਫਰ ਕਰੂੰਗੀ ਜੇ ਪੜ੍ਹਨਾ ਚਾਹਣ ਆਡੀਅੰਸ, ਮੈਜਿਕ ਕਰਕੇ ਹੈਗੀ ਹੈ ਰੋਂਡਾ ਬਰਨ ਦੀ, ਹਿੰਦੀ, ਪੰਜਾਬੀ, ਇੰਗਲਿਸ਼ ਤਿੰਨੋਂ 'ਚ ਆਉਂਦੀ ਹੈ। ਇਟ ਇਜ਼ ਆਲ ਅਬਾਊਟ ਸ਼ੁਕਰਗੁਜ਼ਾਰੀ। ਜਦੋਂ ਇਨਸਾਨ ਸ਼ੁਕਰਗੁਜ਼ਾਰੀ ਤੇ ਫੋਕਸ ਕਰਦਾ ਹੈ, ਉਹਦਾ ਪਰਸਪੈਕਟਿਵ, ਉਹਦਾ ਨਜ਼ਰੀਆ ਲਾਈਫ ਲਈ ਆਪਣੇ ਆਪ ਬਦਲ ਜਾਂਦਾ ਹੈ। ਕਹਿੰਦੇ ਨਾ, ਸੋਚ ਕੋ ਬਦਲੋਗੇ तो सितारे बदल जाएंगे, नजर को बदलोगे तो नज़ारे बदल जाएंगे, कश्तियों को बदलने से कुछ नहीं होगा, दिशाओं को बदलोगे तो किनारे बदल जाएंगे। क्या बात है, बिल्कुल तुसीं ठीक है। मतलब डायरैक्शन इज़ वेरी इंपॉर्टेंट। जे मैनू अज नूं मैं गेम खेलनी है, जे मेरे कोल गोल पोस्ट ही नहीं तो मैं गेम कित्थे खेडूंगी। सो गोल्स, ਜਿਹੜੇ ਇਨਸਾਨ ਦੇ ਵਿੱਚ ਗੋਲਸ ਹੈਗੇ, ਜਿਹਨੂੰ ਪਤਾ ਹੈ ਕਿ ਮੇਰੇ ਲਾਈਫ ਦਾ ਇਹ ਪਰਪਸ ਹੈ, ਅੱਜ ਤੋਂ 4 ਜਾਂ 5 ਸਾਲ ਬਾਅਦ ਮੈਂ ਇੱਥੇ ਪਹੁੰਚਣਾ ਹੈ ਜੀ, ਉਹ ਨਹੀਂ ਟਾਈਮ ਵੇਸਟ ਕਰੇਗਾ ਆਪਣਾ।
ਔਰ ਟਾਈਮ ਨਹੀਂ ਵੇਸਟ ਕਰੇਗਾ, ਉਹਦਾ ਕੰਮ ਟਾਈਮ ਤੇ ਹੋਏਗਾ, ਸਟ੍ਰੈਸ ਆਟੋਮੈਟਿਕਲੀ ਘਟੇਗਾ। ਜਿਸ ਤਰ੍ਹਾਂ ਤੁਸੀਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਸੀਗਾ ਕਿ ਇਹ ਇੱਕ ਰੀਜ਼ਨ ਹੈ ਜਦੋਂ ਅਸੀਂ ਟਾਈਮ ਮੈਨੇਜਮੈਂਟ ਕਰਕੇ ਨਹੀਂ ਚੱਲਦੇ ਹੈ ਨਾ, ਇਹ ਵੀ ਸਾਡੇ ਸਟ੍ਰੈਸ ਨੂੰ ਵਧਾਉਂਦਾ ਹੈ। ਤੇ ਕਿੱਦਾਂ ਅਸੀਂ ਟਾਈਮ ਮੈਨੇਜਮੈਂਟ ਕਰੀਏ, ਸਮੇਂ ਸਾਰਣੀ ਆਪਣੀ ਕਿਵੇਂ ਬਣਾਈਏ ਤਾਂ ਕਿ ਸਾਨੂੰ ਸਟ੍ਰੈਸ ਨਾ ਹੋਵੇ? ਦੇਖੋ ਟਾਈਮ ਮੈਨੇਜਮੈਂਟ ਦੀਆਂ ਸਾਡੀਆਂ ਵਰਕਸ਼ਾਪਸ ਹੁੰਦੀਆਂ, ਅਸੀਂ 2-2 ਦਿਨ ਦੀਆਂ ਵਰਕਸ਼ਾਪਸ ਕਰਦੇ ਹਾਂ, ਪਰ ਮੈਂ ਕੁਝ ਟਿਪਸ ਇੱਥੇ ਸ਼ੇਅਰ ਕਰ ਸਕਦੀ ਹਾਂ ਜੋ ਕਿ ਇਮੀਡੀਏਟ ਤੁਸੀਂ ਯੂਜ਼ ਕਰ ਸਕਦੇ ਹੋ। ਨੰਬਰ 1, ਮੇਕਿੰਗ ਟੂ ਡੂ ਲਿਸਟ। ਜੀ, ਇੱਕ ਦਿਨ ਪਹਿਲਾਂ ਆਪਣੇ ਕੰਮ ਦੀ ਲਿਸਟ ਬਣਾਉਣਾ ਕਿ ਕੱਲ ਮੇਰੇ ਕੀ ਕੰਮ ਹੈ, ਚਾਹੇ ਉਹ ਛੋਟੇ ਟਾਈਮ ਟੇਬਲ ਤੇ ਟੂ ਡੂ ਲਿਸਟ ਡਿਫਰੈਂਟ ਹੈ। ਤੇ ਮੈਂ ਦੁਬਾਰਾ ਰਿਪੀਟ ਕਰੂੰਗੀ, ਮੈਂ ਟਾਈਮ ਟੇਬਲ ਬਣਾਉਣ ਦੀ ਗੱਲ ਨਹੀਂ ਕਰ ਰਹੀ, ਟੂ ਡੂ ਲਿਸਟ। ਫॉर एग्जाम्पल ਅੱਜ ਮੈਂ ਇੱਥੇ ਬੈਠੀ ਹਾਂ 3 ਤਰੀਕ ਨੂੰ, 4 ਤਰੀਕ ਨੂੰ ਮੇਰੇ ਕੀ ਕੰਮ ਹੈ, ਉਹ ਕੋਈ ਵੀ ਕੰਮ ਹੋ ਸਕਦੇ ਹੈ। ਮੈਂ ਬੱਚੇ ਦੀ ਕੋਈ ਰਿਪੋਰਟ ਸਬਮਿਟ ਕਰਨੀ ਹੈ, ਮੈਂ ਮਾਰਕੀਟ ਜਾ ਕੇ ਗਰੋਸਰੀ ਲੈ ਕੇ ਆਣੀ ਹੈ, ਮੈਂ ਡਰਾਈ ਕਲੀਨਰਸ ਤੋਂ ਕੱਪੜੇ ਹੈ, ਕੋਈ ਬੈਂਕ ਦਾ ਡਿਪੋਜ਼ਿਟ। ਸੋ ਜਦੋਂ ਮੇਰੀ ਕੰਮ ਲਿਸਟ ਤੇ ਆ ਜਾਣਗੇ, ਜੇ ਮੰਨ ਲਓ 4 ਨੂੰ ਨਹੀਂ ਵੀ ਹੋਏ, ਉਹ ਅਗਲੇ ਦਿਨ ਹੋ ਜਾਣਗੇ, ਪਰ ਉਹ ਹੋ ਜਾਣਗੇ। ਹੁੰਦਾ ਕੀ ਹੈ, ਜਦੋਂ ਅਸੀਂ ਕਿਸੇ ਕੰਮ ਨੂੰ ਮਾਈਂਡ 'ਚ ਸਿਰਫ ਯਾਦ ਕਰੀਏ, ਨਹੀਂ ਮੁਝੇ ਯਾਦ ਹੈ। ਔਰ ਲਿਸਟ ਬਹੁਤ ਇੰਪੋਰਟੈਂਟ ਹੈ, ਫੋਨ ਤੇ ਨਾ ਬਣੇ, ਲਿਸਟ ਪੈਨ ਤੇ ਪੇਪਰ ਤੇ ਬਣੇ, ਕਿਉਂਕਿ ਫੋਨ ਦੀ ਫੇਰ ਬੈਟਰੀ ਮੁੱਕ ਜਾਣੀ ਹੈ, ਫੇਰ ਤੁਹਾਨੂੰ ਯਾਦ ਨਹੀਂ ਰਹਿਣਾ। ਸੋ ਜਦੋਂ ਤੁਹਾਨੂੰ ਯਾਦ ਹੋਏਗਾ, ਤੁਸੀਂ ਕੰਮ ਕਰ ਲੋਗੇ, ਇਟ ਇਜ਼ ਵੈਰੀ ਮਤਲਬ ਕਾਫੀ ਚਾਂਸਿਸ ਹੈ ਕਿ ਤੁਹਾਡੀ ਲਾਈਫ ਰਿਲੈਕਸ ਹੋ ਜਾਏਗੀ। ਜੀ, ठीक है। नंबर 1 हो गया टाइम मैनेजमेंट। नंबर 2 जो कि बहुत इंपॉर्टेंट है, जो कि ਅਸੀਂ ਦੱਸਦੇ ਹਾਂ, what feel good versus what I ought to do। ਇਹਨੂੰ ਮੈਂ ਹਿੰਦੀ ਹੁਣੇ ਕਰਦੀ ਹਾਂ ਪੰਜਾਬੀ ਚ ਵੀ। what feel good versus what I ought to do। ਮੈਨੂੰ ਚੰਗਾ ਕੀ ਲੱਗਦਾ ਹੈ ਕਿ ਪਰ ਮੈਨੂੰ ਕਰਨਾ ਕੀ ਚਾਹੀਦਾ। ਹੁਣ ਚੰਗਾ ਤੇ ਮੈਨੂੰ ਬਹੁਤ ਲੱਗਦਾ ਹੈ ਕਿ ਮੈਂ 2 ਘੰਟੇ ਬੈਠ ਕੇ ਫੇਸਬੁੱਕ ਦੇਖਾਂ, ਪਰ ਕੀ ਮੈਨੂੰ ਕਰਨਾ ਚਾਹੀਦਾ, ਕੀ ਮੈਨੂੰ ਨਹੀਂ ਚਾਹੀਦਾ ਕਿ ਉਹੀ 2 ਘੰਟੇ ਮੈਂ ਸੈਰ ਕਰ ਲਾਂ, ਮੇਰੀ ਫਿਜ਼ੀਕਲ ਹੈਲਥ ਹੋਏਗੀ, ਜਾਂ ਮੈਡੀਟੇਸ਼ਨ ਕਰ ਲਾਂ, ਜਾਂ ਐਕਸਰਸਾਈਜ਼ ਕਰ ਲਾਂ। ਜਦੋਂ ਤੁਸੀਂ ਡਿਫਰੈਂਸ ਕਰ ਲੈਂਦੇ ਆ ਕਿ ਮੈਨੂੰ ਗੁੱਡ ਫੀਲ ਕੀ ਹੋ ਰਿਹਾ, ਪਰ ਮੈਨੂੰ ਕਰਨਾ ਕੀ ਚਾਹੀਦਾ, ਤੁਹਾਡੀ ਲਾਈਫ ਕਾਫੀ ਸੌਰਟ ਆਊਟ ਹੋ ਜਾਂਦੀ ਹੈ। ਬਿਲਕੁਲ ਤੁਸੀਂ ਠੀਕ ਕਿਹਾ। ਤੇ ਇੱਥੇ ਹੁਣ ਮੈਂ ਔਰਤਾਂ ਦੀ ਗੱਲ ਜ਼ਰੂਰ ਕਰਾਂਗੀ, ਕਿਉਂਕਿ ਰਿਸਰਚਰਸ ਇਹ ਕਹਿੰਦੀਆਂ ਨੇ ਕਿ ਜੇ ਤਣਾਅ ਦੀ ਗੱਲ ਕਰੀਏ ਤੇ ਔਰਤਾਂ ਨੂੰ ਤਣਾਅ ਮਰਦਾਂ ਦੇ ਇੱਕ ਜੇ ਕੰਪੈਰੀਜ਼ਨ ਕਰੀਏ ਤੇ ਜ਼ਿਆਦਾ ਹੁੰਦਾ। ਤੇ ਕਿਉਂ ਔਰਤਾਂ ਨੂੰ ਇੰਨਾ ਤਣਾਅ ਜਿਹੜਾ ਹੁੰਦਾ ਹੈ, ਕਿਉਂਕਿ ਉਹ ਬਹੁਤ ਕੋਮਲ ਨੇ? ਕੀ ਜਵਾਬ ਇਹਦਾ ਹੋਏਗਾ? ਦੇਖੋ ਕੋਮਲ ਜਾਂ ਉਹਦੀ ਮੈਂ ਗੱਲ ਮੈਂ ਨਹੀਂ ਇਹਦੇ ਤੇ ਕੋਈ ਜ਼ਿਆਦਾ ਕਰੂੰਗੀ, ਬਟ ਮੈਨੂੰ ਜੋ ਲੱਗਦਾ ਹੈ ਮੇਨ ਰੀਜ਼ਨ ਹੈ, ਐਂਡ ਮੈਂ ਇਹ ਵੀ ਇਸ ਚੀਜ਼ ਨੂੰ ਡਿਨਾਈ ਨਹੀਂ ਕਰੂੰਗੀ ਕਿ ਮੈਨੂੰ ਤਣਾਅ ਨਹੀਂ ਹੈ, ਉਹ ਦੇ ਆਲਸੋ ਗੋ ਥਰੂ ਲੋਟ ਆਫ ਇਮੋਸ਼ਨਸ, ਪਰ ਸਮਟਾਈਮਸ ਇਹ ਹੁੰਦਾ ਕਿ ਸ਼ਾਇਦ ਉਹ ਐਕਸਪ੍ਰੈਸ ਨਹੀਂ ਕਰ ਪਾਉਂਦੇ। ਸਾਡੀ ਜਿਹੜੀ ਸੋਸਾਇਟੀ 'ਚ ਅਸੀਂ ਰਹਿੰਦੇ ਹਾਂ, ਅਸੀਂ ਇਹ ਸਮਝਿਆ ਜਾਂਦਾ ਹੈ ਕਿ ਜਿਹੜਾ ਇੱਕ ਆਦਮੀ ਹੈ ਇਹ ਜ਼ਿਆਦਾ ਸਟਰੋਂਗ ਹੈ, ਇਹ ਰੋਣਾ ਵੀ ਨਹੀਂ ਚਾਹੀਦਾ, ਹੈ ਨਾ, ਇਹ ਜਿਹੜੀ ਸਾਡੀ ਧਾਰਨਾ ਬਣੀ ਹੋਈ ਹੈ। ਪਰ ਜਦੋਂ ਕਿਉਂਕਿ ਆਪਾਂ ਲੇਡੀਜ਼ ਦੀ ਗੱਲ ਕਰ ਰਹੇ ਹਾਂ, ਕਿਉਂਕਿ ਮੈਨੂੰ ਲੱਗਦਾ ਕਿ ਲੇਡੀਜ਼ ਦੇ ਵਿੱਚ ਜਿਹੜਾ ਡਿਪਰੈਸ਼ਨ ਦਾ ਜਾਂ ਤਣਾਅ ਦਾ ਜਾਂ ਐਂਗਜ਼ਾਇਟੀ ਦਾ ਜਾਂ ਕਹਿ ਲਓ ਸਟ੍ਰੈਸ ਦਾ ਜਿਹੜਾ ਮੇਨ ਕਾਰਨ ਹੈ, ਜ਼ਿਆਦਾ ਕਿਉਂ ਹੈ, ਦੈਟ ਇਜ਼ ਬਿਕੋਜ਼ ਮਲਟੀਪਲ ਰੋਲਸ। ਇੱਕ ਔਰਤ ਮਾਂ ਵੀ ਹੈ, ਬੇਟੀ ਵੀ ਹੈ, ਬਹੂ ਵੀ ਹੈ, ਫਿਰ ਉਹਨੇ ਕੰਮ ਵੀ ਕਰਨਾ ਹੈ, ਐਂਡ ਹੋ ਸਕਦਾ ਫਿਰ ਉਹਨੇ ਜੇ ਉਹਦਾ ਹਸਬੈਂਡ ਬਿਜ਼ੀ ਹੈ, ਉਹਨੇ ਬਾਹਰ ਦੇ ਕੰਮ ਵੀ ਕਰਨੇ। ਸੋ ਕਿਤੇ ਨਾ ਕਿਤੇ ਉਹ ਮਲਟੀਪਲ ਟਾਸਕ ਦੇ ਵਿੱਚ ਨਹੀਂ ਆਪਣੇ ਆਪ ਨੂੰ ਮੈਨੇਜ ਕਰ ਪਾਉਂਦੀ, ਓਵਰਵੈਲਮ ਹੋ ਜਾਂਦੀ ਹੈ, ਓਵਰ ਰਿਐਕਟ ਕਰਦੀ ਹੈ, ਉਹਦੇ ਇਮੋਸ਼ਨਸ ਜਿਹੜੇ ਹੈ ਮੇ ਬੀ, ਐਂਡ ਫਿਰ ਉਹ ਕੀ ਹੁੰਦਾ, ਐਕਸਪੈਕਟ ਕਰਦੀ ਹੈ। ਜੀ, ਯੂ ਨੋ, ਅੱਜ ਨੂੰ ਜੇ ਮੈਂ ਇੰਨੇ ਮਲਟੀਪਲ ਟਾਸਕ ਕਰ ਰਹੀ ਹਾਂ, ਕੁਛ ਨਾ ਕੁਛ ਮੈਂ ਐਕਸਪੈਕਟ ਕਰੂੰਗੀ, ਇਟਸ ਅ ਹਿਊਮਨ ਨੇਚਰ। ਉਹ ਕਈ ਵਾਰ ਕੀ ਹੁੰਦਾ, ਸਾਨੂੰ ਐਕਸਪੈਕਟੇਸ਼ਨਸ ਦੇ ਅਕੋਰਡਿੰਗਲੀ ਨਹੀਂ ਮਿਲਦਾ। ਬਿਲਕੁਲ ਸਹੀ ਗੱਲ। then we feel why me, ਮੈਂ ਕਰ ਹੀ ਕਿਉਂ ਰਹੀ ਹਾਂ। ਜੀ, ਨਾ ਹਰ ਔਰਤ ਨੂੰ ਫੀਲ ਹੁੰਦਾ ਕਿ and then you feel I'm stuck, ਮੈਂ ਤੇ ਅੜ ਗਈ, ਮੈਂ ਤੇ ਆਪਣਾ ਕੁਛ ਵੀ ਨਹੀਂ ਕਰ ਸਕੀ ਜ਼ਿੰਦਗੀ ਦੇ ਵਿੱਚ। ਇੱਕ ਪੜ੍ਹੀ ਲਿਖੀ ਔਰਤ ਮੰਨ ਲਓ ਜੇ ਅੱਜ ਨੂੰ ਨਹੀਂ ਜੌਬ ਕਰ ਰਹੀ, ਘਰ ਬੈਠੀ, ਉਹਨੂੰ ਇਹ ਫੀਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਆਈ ਐਮ ਸਟਕ, ਕਿ ਮੈਂ ਕੁਛ ਨਹੀਂ ਕਰ ਪਾ ਰਹੀ, ਮੈਂ ਤੇ ਸਿਰਫ ਇੰਨਾ ਕੰਮਾਂ ਲਈ ਘਰ 'ਚ ਰਹਿ ਗਈ, ਰਾਈਟ। ਸੋ ਉਹਦੇ ਕਰਕੇ ਉਹ ਸਟ੍ਰੈਸ ਹੋਣਾ ਸ਼ੁਰੂ ਹੋ ਜਾਂਦਾ। ਸੋ ਦੈਟ ਇਜ਼ ਮਲਟੀਪਲ ਉਹਦੇ 'ਚ, ਪਰ ਉਹਨੂੰ ਵੀ ਮੈਨੇਜ ਕੀਤਾ ਜਾ ਸਕਦਾ, ਉਹਨੂੰ ਵੀ ਮੈਨੇਜ ਕੀਤਾ ਜਾਂਦਾ, ਕਿਉਂਕਿ ਉਹਨੂੰ ਮੈਨੇਜ ਕਿਵੇਂ ਕੀਤਾ ਜਾ ਸਕਦਾ ਹੈ, ਆਸਕ ਫॉर द ਹੈਲਪ। ਜੇ ਅੱਜ ਨੂੰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਜ਼ਿਆਦਾ ਹੈ, ਤੁਸੀਂ ਹੈਲਪ ਦੀ ਕਰੋ, ਆਪਣੇ ਪਾਰਟਨਰ ਨਾਲ ਗੱਲ ਕਰੋ, ਆਪਣੇ ਐਲਡਰਲੀ ਪਰਸਨ ਨਾਲ ਗੱਲ ਕਰੋ, ਐਂਡ ਮੈਨੂੰ ਲੱਗਦਾ ਕਿ ਆਊਟ ਆਫ 100 80% ਤੁਹਾਨੂੰ ਰਿਜ਼ਲਟ ਪੋਜ਼ਿਟਿਵ ਹੀ ਮਿਲੇ। ਪੀਪਲ ਆਰ ਰੈਡੀ ਟੂ ਹੈਲਪ। ਕਈ ਵਾਰ ਅਸੀਂ ਅਸਿਊਮ ਕਰ ਲੈਂਦੇ ਹਾਂ ਕਿ ਨਹੀਂ, ਮੈਨੂੰ ਨਹੀਂ ਮਿਲੇਗੀ ਹੈਲਪ। ਐਕਸਪ੍ਰੈਸ਼ਨ ਇਜ਼ ਵੈਰੀ ਇੰਪੋਰਟੈਂਟ। ਅੱਛਾ, ਇੱਥੇ ਕਮਿਊਨੀਕੇਸ਼ਨ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ। ਸਟ੍ਰੈਸ ਦੇ ਵਿੱਚ ਐਕਸਪ੍ਰੈਸ ਕਰਨਾ, ਜੀ, ਕਿ ਮੈਂ ਕੀ ਫੀਲ ਕਰ ਰਹੀ ਹਾਂ, ਮੈਂ ਕੀ ਫੀਲ ਕਰ ਰਿਹਾ। ਇਵਨ ਫॉर men it is very important to express, ਕਿਉਂਕਿ ਜੋ ਤੁਸੀਂ ਐਕਸਪ੍ਰੈਸ਼ਨ ਦੇ ਰਹੇ ਹੋ, ਤੁਸੀਂ ਅੱਧਾ ਭਾਰ ਕੱਢਤਾ। ਜੀ, ਉਹਦਾ ਰਿਜ਼ਲਟ ਮਿਲਿਆ ਨਹੀਂ ਮਿਲਿਆ। ਦੇਖੋ ਕਹਿੰਦੇ ਆ ਕਿ there is a difference between acknowledgement and agreement।
ਅੱਜ ਨੂੰ ਮੈਂ ਤੁਹਾਡੇ ਨਾਲ ਕੋਈ ਗੱਲ ਕੀਤੀ, ਤੁਸੀਂ ਮੇਰੇ ਨਾਲ ਅਗਰੀ ਕਰੋ ਨਾ ਕਰੋ, ਪਰ ਮੈਂ ਤੁਹਾਨੂੰ ਦੱਸਤੀ, ਤੁਸੀਂ ਉਹਨੂੰ ਸੁਣ ਲਿਆ, ਉਹਦੇ 'ਚ ਹੀ ਮੈਨੂੰ ਕਿੰਨਾ ਰਿਲੀਫ ਮਿਲ ਜਾਣਾ ਕਿ ਹਾਂ ਮੇਰੀ ਗੱਲ ਕਿਸੇ ਨੇ ਸੁਣੀ ਹੈ। ਰਾਈਟ, ਸੋ ਐਕਸਪ੍ਰੈਸ਼ਨ ਇਜ਼ ਵੈਰੀ ਇੰਪੋਰਟੈਂਟ, ਬਹੁਤ ਜ਼ਰੂਰੀ ਹੈ ਜੀ। ਕਿਉਂਕਿ ਗੱਲ ਔਰਤਾਂ ਦੀ ਹੋ ਰਹੀ ਹੈ, ਤੇ ਮੈਂ ਇਹ ਵੀ ਗੱਲ ਸੋਚ ਰਹੀ ਹਾਂ ਕਿ ਔਰਤਾਂ ਨੂੰ ਸਟ੍ਰੈਸ ਜਿਹੜਾ ਹੈ ਉਹ ਵੱਧ ਹੁੰਦਾ ਹੈ। ਕਾਰਨ ਇਹ ਹੈ ਕਿ ਕਈ ਵਾਰੀ ਆਪਣੇ ਆਪ ਦੇ ਵਿੱਚ ਹੀ ਕੰਪੈਰੀਜ਼ਨ ਹੋ ਜਾਂਦਾ ਹੈ, ਉਹ ਮੇਰੇ ਨਾਲੋਂ ਜ਼ਿਆਦਾ ਸੋਹਣੀ ਹੈ, ਉਹ ਮੇਰੇ ਨਾਲੋਂ ਜ਼ਿਆਦਾ ਸੁਪੀਰੀਅਰ ਹੈ, ਉਹਦੀ ਜ਼ਿੰਦਗੀ ਮੇਰੇ ਨਾਲੋਂ ਜ਼ਿਆਦਾ ਚੰਗੀ ਹੈ। ਬਹੁਤ ਸਾਰੇ ਕਾਰਨ ਹੋ ਸਕਦੇ ਨੇ ਜੀ, ਬਹੁਤ ਕਾਰਨ ਹੈ ਜੀ। ਕੰਪੈਰੀਜ਼ਨ ਤੇ ਮੇਨ ਮੈਂ ਇਹ ਫਿਰ ਉੱਥੋਂ ਹੀ ਗੱਲ ਸ਼ੁਰੂ ਹੋ ਉੱਥੇ ਆ ਗਈ ਜਿੱਥੇ ਆਪਾਂ ਸ਼ੁਰੂ ਕੀਤੀ ਸੀ, ਵੈਨ ਵੀ ਆਰ ਟਰਾਈਂਗ ਟੂ ਬਿਕਮ ਸਮਬਡੀ ਐਲਸ। ਜਦੋਂ ਮੈਂ ਖੁਸ਼ ਨਹੀਂ ਆਪਣੀ ਲਾਈਫ 'ਚ, ਕਿਉਂਕਿ ਮੈਂ ਆਪਣੀ ਲਾਈਫ 'ਚ, ਕਹਿੰਦੇ ਨਾ ਲੋਕ ਮੈਨੂੰ ਕਹਿੰਦੇ ਕਿ ਮੈਮ ਖੁਸ਼ੀ, ਜਦੋਂ ਆਪਾਂ ਗੱਲ ਕਰੀਏ ਕਿ ਵਾਈ ਪੀਪਲ ਆਰ ਨਾਟ ਹੈਪੀ, I said people are not happy because they are focusing on others, why they are happy। ਅੱਜ ਨੂੰ ਅਸੀਂ ਇਸ ਕਰਕੇ ਖੁਸ਼ ਨਹੀਂ ਕਿਉਂਕਿ ਅਸੀਂ ਲੋਕਾਂ ਤੇ ਕਿ ਉਹ ਇੰਨਾ ਖੁਸ਼ ਕਿਉਂ ਨਜ਼ਰ ਕਿਉਂ ਹੈ। ਤੁਸੀਂ ਆਪਣੀ ਲਾਈਫ 'ਚ ਰੀਜ਼ਨਸ ਲੱਭੋ ਖੁਸ਼ੀ ਦੇ, ਤੁਸੀਂ ਆਪਣੀ ਲਾਈਫ 'ਚ ਸ਼ੁਕਰਗੁਜ਼ਾਰੀ ਲੱਭੋ ਤੇ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਹੈ ਜਿਹੜੀਆਂ ਕੰਪੈਰੀਜ਼ਨਸ ਦੀ ਗੱਲ ਆਪਾਂ ਕਰਦੇ ਹਾਂ, ਸੈਲਫ ਅਸ਼ੋਰੈਂਸ ਨਾਲ, ਸੈਲਫ ਅਸਟੀਮ ਨਾਲ, ਸੈਲਫ ਕੌਨਫੀਡੈਂਸ ਨਾਲ। ਇਹ ਫਿਰ ਪਿੱਛੇ ਇੱਕ ਸਟੈਪ ਜਾਣਾ ਪੈਂਦਾ, ਕਿਵੇਂ ਆਉਂਦੀ ਹੈ, ਬਚਪਨ 'ਚ ਤੁਹਾਨੂੰ ਕੀ ਸਿਖਾਇਆ ਗਿਆ, ਤੁਹਾਡੇ ਪੇਰੈਂਟਸ ਨੇ ਤੁਹਾਨੂੰ ਕੀ ਦੱਸਿਆ। ਸੋ ਬਹੁਤ ਚੀਜ਼ਾਂ ਐਫਰਮੇਸ਼ਨਸ ਅਸੀਂ ਯੂਜ਼ ਕਰ ਸਕਦੇ ਹਾਂ ਇਹਦੇ ਵਿੱਚ। ਐਫਰਮੇਸ਼ਨ ਜਿਵੇਂ ਕਿ ਅਸੀਂ ਲੇਡੀਜ਼ ਨੂੰ ਇੱਕ ਐਫਰਮੇਸ਼ਨ ਕਰਾਉਂਦੇ ਹਾਂ, ਆਈ ਐਮ ਇਨਫ, ਕਿ ਮੈਂ ਬਹੁਤ ਹਾਂ ਤੇ ਮੈਂ ਹੈਂਡਲ ਕਰ ਸਕਦੀ ਹਾਂ, ਮੈਂ ਜੋ ਹਾਂ ਮੈਂ ਖੁਸ਼ ਹਾਂ। ਰਾਈਟ, ਸੋ ਇਹ ਵਾਰ-ਵਾਰ ਦੇਖੋ ਨੈਗੇਟਿਵ ਵੀ ਤੇ ਕਹਿ ਰਹੀ ਹਾਂ ਨਾ, ਨੈਗੇਟਿਵ ਵੀ ਤੇ ਕਹਿ ਹੀ ਰਹੇ ਹਾਂ ਨਾ ਐਫਰਮੇਸ਼ਨ, ਮੈਂ ਕੁਛ ਨਹੀਂ ਜਾਂ ਮੇਰੀ ਲਾਈਫ ਖਰਾਬ ਹੈ। ਸੋ ਇਹਦਾ ਤਰੀਕਾ ਇੱਕੋ ਹੀ ਹੈ, ਨੈਗੇਟਿਵ ਨੂੰ ਆਪਾਂ ਪੋਜ਼ਿਟਿਵ ਵਰਡਸ, ਤੁਹਾਡੇ ਵਰਡਸ ਆਰ ਵੈਰੀ ਪਾਵਰਫੁਲ। ਮੈਂ ਲਾਅ ਆਫ ਅਟਰੈਕਸ਼ਨ ਦੀ ਕਾਫੀ ਟੀਚਿੰਗਸ ਕਰਦੀ ਹਾਂ ਜੀ। ਲਾਅ ਆਫ ਅਟਰੈਕਸ਼ਨ ਦੇ ਬਾਰੇ 'ਚ ਲਾਅ ਆਫ ਅਟਰੈਕਸ਼ਨ ਕੀ ਹੈ, ਕਹਿੰਦੇ ਵੀ ਜੋ ਤੁਸੀਂ ਸੋਚਦੇ ਹੋ, ਜੋ ਤੁਸੀਂ ਬੋਲਦੇ ਹੋ, ਉਹੀ ਤੁਹਾਡੀ ਲਾਈਫ ਤੁਹਾਨੂੰ ਲੈ ਕੇ ਦੇ ਰਹੀ ਹੈ। ਸੋ ਜੇ ਹਰ ਟਾਈਮ ਮੈਂ ਇਹੀ ਸੋਚੀ ਜਾ ਰਹੀ ਹਾਂ ਕਿ ਮੇਰੀ ਜ਼ਿੰਦਗੀ ਖਰਾਬ ਹੈ, ਮੇਰੀ ਜ਼ਿੰਦਗੀ ਖਰਾਬ ਹੈ, ਮੈਂ ਬੋਲ ਰਹੀ ਹਾਂ, ਮੈਂ ਫੀਲ ਕਰ ਰਹੀ ਹਾਂ, ਯੂਨੀਵਰਸ ਵਿਲ ਮੇਕ ਸ਼ੋਰ ਕਿ ਮੈਨੂੰ ਹੋਰ ਰੀਜ਼ਨਸ ਮਿਲਣਗੇ। ਅਸੀਂ ਇਸ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰ ਰਹੇ, ਬਟ ਇਹ ਲਾਅ ਹੈ, ਤੁਸੀਂ ਮੰਨੋ ਨਾ ਮੰਨੋ, ਬਟ ਦਿਸ ਇਜ਼ ਅ ਲਾਅ। ਜੋ ਮੈਂ ਫ੍ਰੀਕੁਐਂਸੀ ਦੇ ਰਹੀ ਹਾਂ, ਜੋ ਮੈਂ ਛੱਡ ਰਹੀ ਹਾਂ, ਉਹ ਮੈਨੂੰ ਮਿਲ ਰਿਹਾ। ਜੇ ਹਰ ਟਾਈਮ ਮੈਂ ਨੈਗੇਟਿਵ ਹਾਂ, ਮੈਨੂੰ ਨੈਗੇਟਿਵਿਟੀ ਹੋਰ ਮਿਲੇਗੀ। ਜੇ ਹਰ ਟਾਈਮ ਮੈਂ ਕੰਪੈਰੀਜ਼ਨ ਕਰ ਰਹੀ ਹਾਂ, ਮੈਨੂੰ ਉਹੀ ਲੋਕ ਮਿਲਣਗੇ ਜਿਹੜੇ ਮੇਰੇ ਤੋਂ ਬੈਟਰ ਹੈ। ਜੀ ਜੀ, ਸਮਝ ਰਹੇ, ਬਿਲਕੁਲ ਸਹੀ ਕਿਹਾ ਤੁਸੀਂ। ਤੇ ਸੋਸ਼ਲ ਮੀਡੀਆ ਅਗੇਨ ਪਲੇਇੰਗ ਅ ਵੈਰੀ ਨੈਗੇਟਿਵ ਰੋਲ, ਕਿਉਂਕਿ ਹੁਣ ਇੱਕ ਲੜਕੀ ਜਿਹੜੀ ਸਿੰਪਲ ਹੈ ਜਾਂ ਉਹ ਦੇਖ ਰਹੀ ਹੈ ਕਿ ਫੇਸਬੁੱਕ ਤੇ ਕੋਈ ਬਹੁਤ ਬਿਊਟੀਫੁਲ ਹੈ, ਉਹਨੇ ਆਪਣੇ ਆਪ ਨੂੰ ਕੰਪੇਅਰ ਕਰਨਾ ਸ਼ੁਰੂ, ਉਹਨੇ ਇਹ ਨਹੀਂ ਦੇਖਣਾ ਵੀ ਮੈਂ ਜੇ ਮੰਨ ਲਓ ਇੱਕ 80 ਇਅਰਸ 올ਡ ਹੈ ਤੇ ਜੋ ਇੱਕ 60 ਇਅਰਸ ਨਹੀਂ ਸੌਰੀ ਇੱਕ 80 kg weight ਦੀ, ਉਹ 60 kg weight ਦੀ, ਉਹਨੇ ਇਹ ਨਹੀਂ ਦੇਖਣਾ ਵੀ ਉਹ ਪਹੁੰਚੀ ਕਿਵੇਂ, ਮੈਂ ਵੀ ਐਫਰਟ ਕਰ ਲਾਂ, ਮੈਂ ਵੀ ਕੋਈ ਐਕਸਰਸਾਈਜ਼ ਕਰ ਲਾਂ। ਯੂ ਹੈਵ ਟੂ ਮੇਕ ਐਨ ਐਫਰਟ। ਜੀ, ਤੇ ਰਿਸ਼ਤਿਆਂ ਦੀ ਵੀ ਗੱਲ ਕਰਾਂਗੇ ਕਿ ਰਿਸ਼ਤਿਆਂ ਦੇ ਵਿੱਚ ਵੀ ਤਣਾਅ ਜਿਹੜਾ ਹੈ ਉਹ ਲਗਾਤਾਰ ਵੱਧ ਰਿਹਾ ਹੈ। ਚਾਹੇ ਕਿਸੇ ਵੀ ਰਿਲੇਸ਼ਨ ਦੀ ਅਸੀਂ ਗੱਲ ਕਰੀਏ, ਚਾਹੇ ਘਰ ਦੇ ਵਿੱਚ ਅਸੀਂ ਸੱਸ ਨੂੰ ਦੀ ਗੱਲ ਕਰ ਲਈਏ, ਜਾਂ ਫਿਰ ਦੇਵਰਾਨੀ ਜਠਾਨੀ, ਜਾਂ ਫਿਰ ਨਨਾਣ ਤੇ ਭਰਜਾਈ, ਜਾਂ ਫਿਰ ਹਸਬੈਂਡ ਵਾਈਫ ਦੀ ਹੀ ਗੱਲ ਕਿਉਂ ਨਾ ਕਰ ਲਈਏ, ਰਿਸ਼ਤਿਆਂ ਦੇ ਵਿੱਚ ਵੀ ਸਟ੍ਰੈਸ ਵੱਧ ਰਿਹਾ। ਇਹਦੇ ਕੀ ਕਾਰਨ ਹੋ ਸਕਦੇ ਨੇ? ਦੇਖੋ ਕਾਰਨ ਬਿਲਕੁਲ ਸੇਮ ਹੈ, ਮਲਟੀਪਲ, ਇਟਸ ਦ ਸੇਮ ਰੀਜ਼ਨਸ ਆਪਾਂ ਪਹਿਲਾਂ ਵੀ ਡਿਸਕਸ ਕੀਤੇ ਹੈ। ਕੰਪੈਰੀਜ਼ਨਸ, ਕੰਪੀਟੀਸ਼ਨ, ਲੈਕ ਆਫ ਐਡਜਸਟਮੈਂਟ ਜਿਹੜੀ ਹੈਗੀ ਆ ਸੋਸਾਇਟੀ ਦੇ ਵਿੱਚ, ਲੈਕ ਆਫ ਐਡਜਸਟਮੈਂਟ ਨਹੀਂ ਹੈ, ਬਿਲਕੁਲ ਨਹੀਂ ਹੈਗੀ ਹੈ। ਠੀਕ ਹੈ, ਐਂਡ ਦੈਨ ਦ ਮੇਨ ਰੀਜ਼ਨ ਆਈ ਬਿਲੀਵ ਜਿਹੜਾ ਕਿ ਸਟ੍ਰੈਸ ਹੈਗਾ ਰਿਲੇਸ਼ਨਸ਼ਿਪ 'ਚ, ਲੈਕ ਆਫ ਐਕਸਪ੍ਰੈਸ਼ਨ। ਅੱਜ ਨੂੰ ਜੇ ਮੈਨੂੰ ਕੋਈ ਗੱਲ ਬੁਰੀ ਲੱਗ ਰਹੀ ਹੈ, ਜੇ ਮੈਂ ਉਹਨੂੰ ਕੰਸਟਰਕਟਿਵਲੀ ਵਿਦ ਬੋਡੀ ਲੈਂਗੁਏਜ, ਜਦੋਂ ਅਸੀਂ ਵਰਡਸ ਦੀ ਗੱਲ, ਅਸੀਂ ਕਮਿਊਨੀਕੇਸ਼ਨ ਦੀ ਗੱਲ ਕਰਦੇ ਹਾਂ, ਤੁਸੀਂ ਮਤਲਬ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ, ਵਰਡ ਸਿਰਫ 7% ਹੁੰਦੇ ਆ। ਇਟ ਇਜ਼ ਯੋਰ ਬੋਡੀ ਲੈਂਗੁਏਜ। ਅੱਛਾ, 7% words, 55% your body language and 38% your voice tone। ਉਦੋਂ ਇਨਸਾਨ ਸੋਚਦਾ ਵੀ ਮੈਂ ਤੇ ਇਹਨੂੰ ਕੁਝ ਕਿਹਾ ਹੀ ਨਹੀਂ, ਇਹਨੇ ਕਿਸ ਗੱਲ ਦਾ ਬੁਰਾ ਬਣਾ ਲਿਆ। ਆਪਾਂ ਇਹ ਰਿਅਲਾਈਜ਼ ਨਹੀਂ ਕਰਦੇ ਕਿ ਮੈਂ ਕਿਸ ਟੋਨ 'ਚ ਗੱਲ ਕਰ ਰਹੀ ਹਾਂ, ਜਾਂ ਮੈਂ ਕਿਸ ਵੋਲਿਊਮ 'ਚ ਗੱਲ ਕਰ ਰਹੀ, ਜਾਂ ਮੇਰੀ ਬੋਡੀ ਲੈਂਗੁਏਜ ਉਸ ਟਾਈਮ ਕੀ ਹੈ। ਸੋ ਇਹ ਚੀਜ਼ਾਂ ਟਾਈਮ ਨਾਲ ਸਿੱਖੀਆਂ ਜਾਂਦੀਆਂ, ਓਵਰਨਾਈਟ ਨਹੀਂ ਤੁਸੀਂ ਸਿੱਖ ਸਕਦੇ, ਪਰ ਮੈਨੂੰ ਲੱਗਦਾ ਜੇ ਇੱਕ ਚੀਜ਼ ਕੰਸਟਰਕਟਿਵਲੀ ਰਿਲੇਸ਼ਨਸ਼ਿਪ ਨੂੰ ਇੰਪਰੂਵ ਕਰਨ ਲਈ ਕੀਤੀ ਜਾ ਸਕਦੀ ਹੈ, ਜੋ ਕਿ ਮੈਨੂੰ ਲੱਗਦਾ ਕਿ ਹੈਲਪਫੁਲ ਹੋਏਗੀ, ਐਕਸਪ੍ਰੈਸ਼ਨ ਦਿਓ। ਜੇ ਤੁਹਾਨੂੰ ਕਿਸੇ ਨਾਲ ਕੋਈ ਪ੍ਰੋਬਲਮ ਹੈ ਨਾ, ਗੱਲ ਕਰੋ। ਹਾਂ, ਹੋ ਸਕਦਾ ਤੁਸੀਂ ਇਹੋ ਜਿਹਾ ਪਰਸਨ ਹੋਏ ਤਾਂ ਨਹੀਂ ਗੱਲ ਕਰ ਸਕਦੇ ਜੀ, ਇਹ ਵੀ ਹੋ ਸਕਦਾ ਸਿਚੁਏਸ਼ਨ, ਤੁਸੀਂ ਕੁਝ ਕਹਿ ਹੀ ਨਹੀਂ ਸਕਦੇ, ਮੇਬੀ ਦੈਟ ਪਰਸਨ ਇਜ਼ ਨਾਟ ਰੈਡੀ ਟੂ ਲਿਸਨ। ਬਿਲਕੁਲ ਸਹੀ। ਉਹਦੇ 'ਚ ਫਿਰ ਤੁਸੀਂ ਡਿਸੀਜਨ ਲੈਣਾ ਆਪ, ਹਾਊ ਇੰਪੋਰਟੈਂਟ ਦੈਟ ਪਰਸਨ ਇਜ਼ ਫॉर ਮੀ, ਕਿੰਨਾ ਕੁ ਇੰਪੋਰਟੈਂਟ ਹੈ ਮੇਰੇ ਲਈ ਰਿਸ਼ਤਾ ਜੀ, ਕੀ ਮੈਂ ਇਸ ਰਿਸ਼ਤੇ 'ਚ ਮੈਂ ਇੱਥੇ ਰਹਿਣਾ ਜਾਂ ਮੈਂ ਇੱਥੋਂ ਜਾ ਵੀ ਸਕਦੀ ਹਾਂ, ਜਾਂ ਮੈਂ ਜਾ ਵੀ ਸਕਦਾ। ਸੋ ਜੇ ਤੇ ਤੁਹਾਨੂੰ ਪਤਾ ਤੁਹਾਡਾ ਇੰਪੋਰਟੈਂਟ ਰਿਸ਼ਤਾ ਹੈ, ਤੁਸੀਂ ਉਸ ਰਿਸ਼ਤੇ ਦੀ ਕੇਅਰ ਕਰਦੇ ਹੋ, ਤੁਸੀਂ ਐਡਜਸਟ ਕਰੋਗੇ, ਆਟੋਮੈਟਿਕਲੀ ਕਰੋਗੇ। ਅਸੀਂ ਆਪਣੇ ਬੱਚਿਆਂ ਨਾਲ ਵੀ ਤੇ ਕਰਦੇ ਹਾਂ, ਸਾਡੇ ਬੱਚੇ ਸਾਨੂੰ ਕਿੰਨਾ ਤੰਗ ਕਰਦੇ, ਤੇ ਕੀ ਉਹ ਐਡਜਸਟਮੈਂਟ ਅਸੀਂ ਆਪਣੇ ਵੱਡਿਆਂ ਨਾਲ ਨਹੀਂ ਕਰ ਸਕਦੇ, ਕੀ ਉਹ ਐਡਜਸਟਮੈਂਟ ਆਪਣੀ ਫੈਮਿਲੀ ਨਾਲ ਨਹੀਂ ਕਰ ਸਕਦੇ, ਜਾਂ ਆਪਣੇ ਅਸੀਂ ਪਿੱਛੇ ਵੀ ਤੇ ਐਡਜਸਟਮੈਂਟਸ ਕਰਕੇ ਆਏ ਹਾਂ ਜੀ।
ਮਤਲਬ ਤੁਸੀਂ ਔਰਤਾਂ ਦੀ ਗੱਲ ਕੀਤੀ ਕਿ ਔਰਤਾਂ ਸਟ੍ਰੈਸ, ਮੈਨੂੰ ਲੱਗਦਾ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਹੈ। ਸਾਰੀਆਂ ਇੱਥੇ ਲੇਡੀਜ਼ ਹੀ ਆ ਗਈਆਂ, ਤੁਸੀਂ ਕਿਹਾ ਨਨਾਣ ਭਰਜਾਈ ਜਠਾਣੀ ਜਠਾਣੀ ਸਭ ਲੇਡੀਜ਼ ਹੀ ਹਨ। ਸੋ ਜੇ ਅਸੀਂ ਇਸ ਚੀਜ਼ ਨੂੰ ਅੰਡਰਸਟੈਂਡ ਕਰ ਲਈਏ ਕਿ ਹਰ ਪਰਸਨ ਆਪਣੀ ਪ੍ਰੋਬਲਮਸ ਨੂੰ ਲੈ ਕੇ ਆਪਣੇ ਆਪ ਨਾਲ ਡੀਲ ਕਰ ਰਿਹਾ, ਮੋਰ ਅੰਡਰਸਟੈਂਡਿੰਗ, ਮੋਰ ਕੰਪੈਸ਼ਨ, ਪੇਸ਼ੈਂਸ, ਜੀ ਕਾਫੀ ਚੀਜ਼ਾਂ ਠੀਕ ਹੋ ਸਕਦੀਆਂ ਨੇ। ਬਿਲਕੁਲ ਤੁਸੀਂ ਠੀਕ ਕਿਹਾ, ਜੇ ਸਾਨੂੰ ਰਿਸ਼ਤੇ ਦੀ ਵੈਲਿਊ ਹੈ। ਬਿਲਕੁਲ ਸਹੀ ਗੱਲ ਹੈ। ਤੇ ਜੇ ਅੱਜ ਕੱਲ ਦੇ ਮਾਹੌਲ ਦੀ ਗੱਲ ਕਰੀਏ, ਜਿਸ ਤਰ੍ਹਾਂ ਕਰੋਨਾ ਕਾਲ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਨਾ, ਪਿਛਲਾ ਸਮਾਂ ਵੀ ਇਦਾਂ ਹੀ ਨਿਕਲਿਆ, ਜਦੋਂ ਅਸੀਂ ਲਾਕਡਾਊਨ ਦੇ ਵਿੱਚ ਰਹੇ, ਘਰਾਂ ਦੇ ਵਿੱਚ ਬੰਦ ਰਹੇ, ਫਿਰ ਅਨਲੌਕ ਹੋਇਆ, ਹੌਲੀ ਹੌਲੀ ਬਾਹਰ ਨਿਕਲੇ, ਪਰ ਹਲੇ ਵੀ ਕਰੋਨਾ ਦਾ ਖਤਰਾ ਜਿਹੜਾ ਲਗਾਤਾਰ ਸਿਰ ਤੇ ਮੰਡਰਾ ਰਿਹਾ। ਇਸ ਸਾਰੇ ਸਿਨੈਰੀਓ ਨੇ ਬਹੁਤ ਸਟ੍ਰੈਸ ਦਿੱਤਾ ਲੋਕਾਂ ਨੂੰ, ਹਰ ਇੱਕ ਨੂੰ ਵੱਖ-ਵੱਖ ਤਰ੍ਹਾਂ ਦੇ ਮਾਨਸਿਕ ਤਣਾਅ ਜਿਹੜੇ ਹੋਏ ਨੇ। ਤੇ ਕਿਸ ਤਰ੍ਹਾਂ ਇਸ ਟਾਈਮ ਇਸ ਤਣਾਅ ਨੂੰ ਡੀਲ ਕੀਤਾ ਜਾ ਸਕਦਾ ਹੈ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਚੰਗਾ ਹੋ ਸਕੇ? ਕੁਝ ਚੀਜ਼ਾਂ ਮੇਗਾ ਜੀ ਅਨਸਰਟਨ ਹੁੰਦੀਆਂ ਜਿਹਨੂੰ ਆਪਾਂ ਨਹੀਂ ਕਰ ਸਕਦੇ। ਜੀ ਠੀਕ ਹੈ, ਆਪਾਂ ਇੱਕ ਰੱਬ ਦੇ ਹੱਥ ਵੀ ਕੁਝ ਉਹਨੇ ਆਪਣੇ ਹੱਥ ਵੀ ਰੱਖੀਆਂ ਹੋਈਆਂ, ਹਰ ਕੁਝ ਇਨਸਾਨ ਨਹੀਂ ਕਰ ਸਕਦਾ, ਪਰ ਕੁਝ ਚੀਜ਼ਾਂ ਜਿਹਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ। ਕਹਿੰਦੇ 80% ਆਫ ਯਰ ਲਾਈਫ ਇਜ਼ ਵਿਚ ਹੈਪਨਸ ਟੂ ਯੂ, 20% ਹਾਊ ਯੂ ਰਿਸਪੌਂਡ। ਸੌਰੀ, 20% ਇਜ਼ ਯਰ ਲਾਈਫ ਇਜ਼ ਵਿਚ ਹੈਪਨਸ ਟੂ ਯੂ, 80% ਯੂ ਰਿਸਪੌਂਡ। ਕਿ ਸਾਡਾ ਜਿਹੜਾ 80% ਰਿਸਪੌਂਸ ਹੈ ਉਹੀ ਮੇਨ ਹੈ ਜੀ। ਪ੍ਰੋਬਲਮ ਜ਼ਿਆਦਾ ਨਹੀਂ ਹੁੰਦੀ, ਅਸੀਂ ਉਹਨੂੰ ਰਿਸਪੌਂਸ ਕਿਵੇਂ ਕਰ ਰਹੇ ਹਾਂ। ਕਰੋਨਾ ਦੇ ਟਾਈਮ ਨੂੰ ਲੈ ਕੇ ਜੇ ਚਲੀਏ, ਕਾਫੀ ਲੋਕਾਂ ਨੇ, ਕਾਫੀ ਫੈਮਲੀਜ਼ ਨੇ ਆਪਣੇ ਲਵਡ ਵਨਸ ਨੂੰ ਵੀ, ਉਹਨਾਂ ਦੀ ਡੈਥਸ ਵੀ ਹੋਈਆਂ, ਬੜੇ ਡਿਫਿਕਲਟ ਟਾਈਮਸ 'ਚੋਂ ਵੀ ਗਏ ਹੈ, ਜੌਬਸ ਵੀ ਗਈਆਂ, ਬੱਚਿਆਂ ਦੇ ਬਹੁਤ ਨੁਕਸਾਨ। ਜਿਹੜੇ ਬੱਚਿਆਂ ਨੇ +1 +2 'ਚ ਪਲਾਨ ਕੀਤਾ ਹੋਇਆ ਸੀ ਕਿ ਅਸੀਂ ਬਾਹਰ ਜਾਣਾ ਹੈ, ਯੂਨੀਵਰਸਿਟੀ 'ਚ ਐਡਮਿਸ਼ਨਸ ਲਏ ਹੋਏ ਸੀ, ਬੜੀ ਅਨਸਰਟਨਟੀ ਰਹੀ ਹੈ। ਠੀਕ ਹੈ ਜੀ। ਹੁਣ ਕਾਫੀ ਚੀਜ਼ਾਂ ਬੈਟਰ ਵੀ ਹੋ ਗਈਆਂ, ਥਿੰਗਸ ਆਰ ਕਮਿੰਗ ਟੂ ਨਾਰਮਲ। ਜਿਹੜਾ ਹੁਣ ਸਟ੍ਰੈਸ ਜਿਹੜਾ ਵੀ ਟਾਈਮ ਰਹਿ ਗਿਆ, ਇਹਦੇ 'ਚ ਐਵੇਂ ਆਪਾਂ ਇਸੇ ਤਰ੍ਹਾਂ ਡੀਲ ਕਰਨਾ ਹੈ ਕਿ ਅਸੀਂ ਸਟ੍ਰੈਸ ਨੂੰ ਮੈਨੇਜ ਕਿਵੇਂ ਕਰਨਾ ਹੈ। ਇਹਦੇ ਲਈ ਬੇਸਿਕਲੀ ਇਹੀ ਹੈ ਕਿ ਅਸੀਂ ਆਪਣੇ ਆਪ ਨੂੰ ਕਿਵੇਂ, ਇੱਕ ਤਾਂ ਹੈਲਦੀ ਰੱਖਣਾ ਬਹੁਤ ਇੰਪੋਰਟੈਂਟ ਹੈ, ਫਿਜ਼ੀਕਲੀ ਹੈਲਦੀ, ਫਿਜ਼ੀਕਲ ਐਕਸਰਸਾਈਜ਼ ਇਜ਼ ਵੈਰੀ ਇੰਪੋਰਟੈਂਟ, ਯੋਰ ਮੈਂਟਲ ਹੈਲਥ ਇਜ਼ ਵੈਰੀ ਇੰਪੋਰਟੈਂਟ। ਅਸੀਂ ਖਾਣ ਦਾ ਕਿੰਨਾ ਧਿਆਨ ਰੱਖਦੇ ਹਾਂ, ਅਸੀਂ ਕੁਝ ਖਾਂਦੇ ਹਾਂ, ਅਸੀਂ ਵੀ ਮੇਕ ਸ਼ੋਰ ਕਿ ਅਸੀਂ ਇਹ ਵੀ ਚੀਜ਼ ਹੈਲਦੀ ਖਾਈਏ, ਕਿ ਅਸੀਂ ਸੋਚਦੇ ਹਾਂ, ਅਸੀਂ ਕਿਸ ਤਰ੍ਹਾਂ ਦੇ ਥਾਟਸ ਆਪਣੇ ਦਿਮਾਗ 'ਚ ਲੈ ਕੇ ਜਾ ਰਹੇ ਹਾਂ, ਕਿ ਅਸੀਂ ਹਰ ਟਾਈਮ ਗੱਲ ਕਰ ਰਹੇ ਹਾਂ। ਦੈਟ ਇਜ਼ ਯੋਰ ਮੈਂਟਲ ਡਾਇਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਬਾਕੀ ਜਿਹੜੀਆਂ ਅਨਸਰਟਨਟੀਜ਼ ਉਹ ਹੈਗੀਆਂ, ਪਰ ਸ਼ੁਕਰਗੁਜ਼ਾਰੀ ਰੱਖੋ। ਜੇ ਤੁਸੀਂ ਸੇਫ ਹੋ, ਤੁਸੀਂ ਵੈਕਸੀਨੇਟਡ ਹੋ, ਫੈਮਿਲੀ 'ਚ ਠੀਕ ਬੈਠੇ ਹੋ, ਸ਼ੁਕਰਗੁਜ਼ਾਰ ਕਰੋ, ਕਿਉਂਕਿ ਇਹ ਟਾਈਮ ਲੱਗਣਾ ਹੈ ਇਸ ਚੀਜ਼ ਨੂੰ ਨਾਰਮਲ ਹੋਣ 'ਚ। ਜੀ ਟਾਈਮ ਲੱਗਣਾ ਹੈ, ਪਰ ਕੋਸ਼ਿਸ਼ ਲਗਾਤਾਰ ਕਰਦੇ ਰਹੀਏ ਤੇ ਆਪਣੇ ਆਪ ਨੂੰ ਤਣਾਅ ਤੋਂ ਦੂਰ ਰੱਖੀਏ। ਤੁਸੀਂ ਸਟੂਡੀਓ ਦੇ ਵਿੱਚ ਆਏ, ਮਾਨਸਿਕ ਤਣਾਅ ਨੂੰ ਲੈ ਕੇ, ਸਟ੍ਰੈਸ ਨੂੰ ਲੈ ਕੇ ਤੁਸੀਂ ਡਿਟੇਲ ਦੇ ਵਿੱਚ ਬਹੁਤ ਵਧੀਆ ਗੱਲਬਾਤ ਕੀਤੀ, ਬਹੁਤ ਵਧੀਆ ਟਿਪਸ ਦਿੱਤੇ। ਤੁਹਾਡਾ ਬਹੁਤ ਸ਼ੁਕਰੀਆ। ਥੈਂਕ ਯੂ। ਜੇ ਕਿਧਰੇ ਰੱਬ ਸਬੱਬੀ ਸਾਡੇ ਪਿੰਡ ਗੇੜਾ ਵੱਜੇ, ਬਿਲਕੁਲ ਹੀ ਮੇਨ ਸੜਕ ਤੇ ਥੋੜਾ ਜਿਹਾ ਹੋ ਕੇ ਸੱਜੇ। ਜੇ ਕਿਧਰੇ ਰੱਬ ਸਬੱਬੀ ਸਾਡੇ ਪਿੰਡ ਗੇੜਾ ਵੱਜੇ, ਬਿਲਕੁਲ ਹੀ ਮੇਨ ਸੜਕ ਤੇ ਥੋੜਾ ਜਿਹਾ ਹੋ ਕੇ ਸੱਜੇ। ਪਹਿਲਾਂ ਹੀ ਮੋੜ ਮੁੜਦਿਆਂ ਦੂਰੋਂ ਦਿਸ ਪੈਂਦੀ ਓ ਬਾਬੇ, ਕਿਸ਼ਨੇ ਦੀ ਬੈਠਕ ਬਾਬੇ, ਕਿਸ਼ਨੇ ਦੀ ਬੈਠਕ। ਅੱਜ ਕੱਲ ਚਰਚਾ ਵਿੱਚ ਰਹਿੰਦੀ ਓ ਬਾਬੇ, ਕਿਸ਼ਨੇ ਦੀ ਬੈਠਕ ਬਾਬੇ, ਕਿਸ਼ਨੇ ਦੀ ਬੈਠਕ ਬਾਬੇ, ਕਿਸ਼ਨੇ ਦੀ ਬੈਠਕ ਬਾਬੇ, ਕਿਸ਼ਨੇ ਦੀ ਬੈਠਕ।
rapper.